ਦੋਸਤੋ, ਅੱਜ ਬਹੁਤ ਹੀ ਅਦਬੀ ਲੋਕ ਅਸੀਂ ਇੱਥੇ ਸੋਲਨ ਇਕੱਠੇ ਹੋਏ ਹਾਂ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਔਰ ਵਿਸ਼ੇਸ਼ ਸਹਿਯੋਗ ਭੰਡਾਰੀ ਅਦਬੀ ਟਰਸਟ, ਅਸ਼ੋਕ ਨਾਦਰ ਜੀ ਉਹਨਾਂ ਨੇ ਇਹ ਬਹੁਤ ਖੂਬਸੂਰਤ ਮਹਿਕ ਵਰਗੀ ਮਹਿਫਲ ਲਾਈ ਹੈ। ਪਹਾੜ ਤੇ ਲਾਲਟੈਨ ਸਾਡਾ ਪ੍ਰੋਗਰਾਮ ਹੈ ਔਰ ਸਿਰਜਣ ਪ੍ਰਕਿਰਿਆ ਜਿਹਨੂੰ ਕ੍ਰੀਏਟਿਵ ਪ੍ਰੋਸੈਸ ਕਹਿੰਦੇ ਹਾਂ ਅਸੀਂ, ਹਾਊ ਰਾਈਟਰ ਥਿੰਕ, ਉਹਦੇ ਕੋਲ ਸ਼ਬਦ ਕਿਵੇਂ ਆਉਂਦੇ ਨੇ, ਵਾਕ ਕਿਵੇਂ ਬਣਦੇ ਨੇ, ਮਹਿਕ ਕਿਵੇਂ ਬਣਦੇ ਨੇ। ਸਾਡੇ ਪ੍ਰਧਾਨ ਸਾਹਿਬ ਨੇ ਇਹ ਐਂ ਛੱਡ ਦੇਣ ਤਾਂ ਸ਼ਬਦ ਤਿਤਲੀਆਂ, ਕੁੜੀਆਂ, ਚਿੜੀਆਂ। ਮਾਨ ਸਾਹਿਬ ਬੈਠੇ ਨੇ, ਮੈਂ ਸਾਰਿਆਂ ਦੀ ਇੰਟਰੋਡਕਸ਼ਨ ਇੱਕ ਵਾਰੀ ਦੇ ਦਿੰਦਾ। ਡਾਕਟਰ ਸਰਬਜੀਤ ਕੌਰ ਸੋਹਲ ਜੀ ਸਾਡੇ ਪ੍ਰਧਾਨ ਨੇ ਅਕਾਦਮੀ ਦੇ, ਪ੍ਰੋਫੈਸਰ ਰਵੇਲ ਸਿੰਘ ਜੀ ਹੁਣੀ ਸੈਕਟਰੀ ਨੇ, ਮੈਂ ਦੇਸਰਾਜ ਕਾਲੀ ਇਹਨਾਂ ਦਾ ਚੇਲਾ, ਨਾਲ ਸਹਿਯੋਗੀ ਵਾਈਸ ਪ੍ਰੈਜ਼ੀਡੈਂਟ ਅਸ਼ੋਕ ਨਾਦਰ ਜੀ ਭੰਡਾਰੀ ਅਦਬੀ ਟਰਸਟ ਔਰ ਰਾਈਟਰ, ਦ ਗ੍ਰੇਟ ਰਾਈਟਰ। ਔਰ ਕਿਆ ਇਹਨਾਂ ਦੇ ਮਨ 'ਚ ਜਿਹੜੀ ਰਾਈਟਰਸ ਵਾਸਤੇ ਸਪੇਸ ਹੈ ਨਾ, ਉਹ ਬੜੀ ਮਹਿਕਮੀ ਹੈ ਜੀ। ਬਿਲਕੁਲ। ਔਰ ਇਹ ਸੋਲਨ ਦੇ ਪਹਾੜਾਂ ਵਰਗੀ ਇਹਨੂੰ ਪੂਰੀ ਚੀਲ ਦੇ ਦਰਖਤ ਜਿੱਥੇ ਤੱਕ ਨਜ਼ਰ ਆਉਂਦਾ ਹੈ, ਉਸ ਓਪਨਨੈਸ। ਮੱਖਣ ਮਾਨ ਜੀ ਸਾਡੇ ਕਹਾਣੀਕਾਰ ਤੋਂ ਪੋਇਟ, ਸਾਡੇ ਵੱਡੇ ਭਾਈ ਨਿੰਦਰ ਘੁਗਿਆਣਵੀ। ਔਰ ਜਿਸ ਦੁੱਖ ਦੀ ਰਾਗ ਨੂੰ, ਨਿਆਂ ਪ੍ਰਣਾਲੀ ਦੀ ਦੁੱਖ ਦੀ ਰਾਗ ਨੂੰ ਖੁਦ ਜੱਜ ਨਹੀਂ ਬੋਲ ਸਕਦੇ, ਨਿੰਦਰ ਦੀ ਕਲਮ ਨੇ ਬੋਲਿਆ। ਮੈਂ ਤਾਂ ਮੁਰੀਦ ਹੋ ਗਿਆ ਸੀ ਜਦੋਂ ਮੈਂ ਸਰ ਜੱਜ ਦਾ ਅਰਦਲੀ ਇਹਨਾਂ ਨੇ ਇੰਨਾ। ਔਰ ਨਿੰਦਰ ਦੀ ਅਬਜ਼ਰਵੇਸ਼ਨ ਜਿਹੜੀ ਹੈ ਔਰ ਟੀਚਰ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਅਦਬ ਔਰ ਸਾਹਿਤ ਵਰਗਾ। ਸ਼੍ਰੀ ਰਾਮ ਅਰਸ਼ ਜੀ, ਮੈਂ ਕਹਿਣਾ ਹੁੰਦਾ ਇਹ ਕਿਰਤੀਆਂ ਦੇ ਜਿਹੜੇ ਬੇਜ਼ੁਬਾਨਿਆਂ ਦੀ ਜ਼ੁਬਾਨ ਕਹੋ, ਇਹਨਾਂ ਦੀ ਸ਼ਾਇਰੀ। ਔਰ ਨਿੰਮੀ ਵਸ਼ਿਸ਼ਟ ਜੀ, ਇਹ ਅਦਬੀ ਲੋਕ ਨੇ ਸਾਰੇ, ਬਹੁਤ ਅਦਬ ਨਾਲ ਭਰੇ ਹੋਏ। ਔਰ ਮੈਂ ਦੇਖ ਰਿਹਾ ਸੀ ਇਹਨਾਂ ਦੀ ਸ਼ਖਸੀਅਤ ਵੀ ਜਿਵੇਂ ਬਾਂਸਰੀ ਦੀ ਕੋਈ ਹੁੰਦੀ ਨਾ, ਕੋਈ ਲੰਬੀ ਜਿਹੀ ਪਹਾੜੀ ਸੁਰਜਿਆ, ਇਹਨਾਂ ਦੀ ਸ਼ਖਸੀਅਤ ਬੜੀ ਅੱਛੀ ਲੱਗੀ ਮੈਨੂੰ। ਸਾਡੇ ਦੀਪਤੀ ਬਬੂਟਾ ਜੀ, ਔਰਤ ਦੀ ਐਗਜ਼ਿਸਟੈਂਸ, ਮੈਂ ਹਾਂ ਜਾਂ ਨਹੀਂ ਹਾਂ। ਔਰ ਇੰਨੀ ਮਾਰਮਿਕ, ਇੰਨੀ ਸੰਘਣੀ ਗਹਿਰੀ ਕਹਾਣੀ ਕਹਿਣ ਵਾਲੇ ਤੇਜਿੰਦਰ ਭੈਣ ਜੀ ਸਾਡੇ, ਉਹ ਅਨੁਭਵ ਦੇ ਬੋਲ। ਮੈਂ ਉਹਨਾਂ ਨੂੰ ਕਹਿ ਰਿਹਾ ਸੀਗਾ ਕਿ ਐਕਸਪੀਰੀਅੰਸ, ਅਸੀਂ ਕਿਸੇ ਵੱਡੇ ਡੇਰੇਦਾਰ ਕੋਲ ਚਲੇ ਗਏ। ਨਾਦਰ ਜੀ ਮੇਰੇ ਨਾਲ ਇੱਕ ਸਾਧੂ ਸੀਗੇ, ਬੜੇ ਵਿਵੇਕੀ ਸਾਧੂ ਸੀ। ਕਹਿੰਦੇ ਬੰਦੇ ਨੂੰ ਪਤਾ ਲੱਗਦਾ ਵੀ ਉਹ ਹੰਕਾਰ ਆ ਗਿਆ ਜਾਂ ਉਹਦੇ ਵਿੱਚੋਂ ਚਲਾ ਗਿਆ, ਉਹ ਕਹਿੰਦਾ ਪਤਾ ਲੱਗਦਾ। ਉਹ ਸਾਧੂ ਮੈਨੂੰ ਕਹਿੰਦਾ ਉੱਠ ਚਲੀਏ, ਆਪਾਂ ਇੱਕੋ ਚਾਹ ਵੀ ਨਹੀਂ ਪੀਣੀ। ਅਸੀਂ ਜਦੋਂ ਇਹਨਾਂ ਨੂੰ ਮਿਲਦੇ ਹਾਂ ਤਾਂ ਇੱਕ ਅਨੁਭਵ ਜਿਹੜਾ ਹੈ ਉਹ, ਔਰ ਇੱਕ ਅਧਿਆਪਨ ਦਾ, ਔਰ ਫਿਰ ਅਧਿਆਪਕਾਂ ਨੂੰ ਪਿਆਰ ਕਰਨ ਦਾ, ਔਰ ਲਿਟਰੇਚਰ ਦਾ। ਅਸੀਂ ਪ੍ਰੋਫੈਸਰ ਗੁਰਲਾਲ ਸਿੰਘ ਹੋਰਾਂ ਨੂੰ ਯਾਦ ਕਰਦੇ ਆਏ ਜੀ, ਉਹਨਾਂ ਦੇ ਸਟੂਡੈਂਟ ਨੇ ਤੇਜਿੰਦਰ ਭੈਣ ਜੀ ਹੋਰੀ। ਔਰ ਜਿਵੇਂ ਉਹ ਖਾਸ ਕਰ ਫਿਕਸ਼ਨ ਨੂੰ ਜਿਸ ਤਰੀਕੇ ਦੇ ਨਾਲ ਪ੍ਰੋਫੈਸਰ ਗੁਰਲਾਲ ਹੋਰੀ, ਥੋੜ੍ਹੇ ਜਿਹੇ ਸਖਤ ਸੁਭਾਅ ਦੇ ਸੀਗੇ ਉਹ, ਬਟ ਜੋ ਉਹਨਾਂ ਨੇ ਪੰਜਾਬੀ ਸ਼ਾਰਟ ਸਟੋਰੀ ਦੇ ਉੱਤੇ, ਪੰਜਾਬੀ ਫਿਕਸ਼ਨ ਦੇ ਉੱਤੇ, ਅਸੀਂ ਡਾਕਟਰ ਵਨੀਤਾ ਹੋਰਾਂ ਨੂੰ ਵੀ ਬੁਲਾਇਆ ਹੋਇਆ, ਸ਼ਾਇਦ ਕੱਲ੍ਹ ਆ ਜਾਣ। ਉਹ ਵੀ ਮਦਰ ਸਪਤਕ ਵਾਲੇ, ਉਹਨਾਂ ਦੀ ਵੀ ਪੋਇਟਰੀ ਰਾਗਾਤਮਕ ਔਰ ਪੂਰੀ ਆਤਮੀਅਤਾ। ਔਰ ਚਿੰਤਕ ਨੇ, ਵੱਡੇ ਚਿੰਤਕ ਨੇ ਸਾਡੇ। ਮੈਡਮ ਅਰਵਿੰਦਰ ਕੌਰ ਕਾਕੜਾ ਹੋਰਾਂ ਨੂੰ ਬੇਨਤੀ ਕੀਤੀ ਹੋਈ ਹੈ, ਸਾਡੇ ਪ੍ਰਤੀਬੱਧ ਕੁਛ ਆਲੋਚਕ ਚਿੰਤਕ ਜਿਹੜੇ ਇਕੱਲਾ ਲਿਟਰੇਚਰ ਪ੍ਰਤੀ ਪ੍ਰਤੀਬੱਧਤਾ ਨਹੀਂ ਹੈ, ਜਿਨ੍ਹਾਂ ਦੀ ਸੁਸਾਇਟੀ 'ਚ ਡਾਇਰੈਕਟ ਇਨਵੋਲਵਮੈਂਟ। ਅਸੀਂ ਦੇਖਿਆ ਕਿਸਾਨੀ ਲਹਿਰ ਵੇਲੇ ਵੀ ਉਹ ਕਿਵੇਂ, ਔਰ ਉਹ ਤਾਂ ਆਪਣੇ ਪਿਤਰਕੀ ਪਾਸੇ ਤੋਂ ਵੀ ਅਤੇ ਸਹੁਰੇ ਵਾਲੇ ਪਾਸੇ ਤੋਂ ਵੀ
ਉਹ ਕਮਿਊਨਿਸਟ ਵਿਚਾਰਾਂ ਨਾਲ ਜੁੜੇ ਹੋਏ, ਔਰ ਜੁੜੇ ਆ ਤਾਂ ਫਿਰ ਜੁੜੇ ਹੀ ਹੋਏ ਆ। ਉਹ ਐਸੀ ਸਮਾਜਿਕ ਸਰੋਕਾਰਾਂ ਦੇ ਵਾਲੇ ਲੋਕ ਨੇ। ਅਸੀਂ ਸੁਖਜੀਤ ਹੋਰਾਂ ਨੂੰ ਬੇਨਤੀ ਕੀਤੀ ਹੋਈ ਆ, ਉਹ ਵੀ ਕੱਲ੍ਹ ਨੂੰ ਆਉਣਗੇ, ਕਹਾਣੀਕਾਰ ਸਾਡੇ, ਮੈਂ ਜੈਸਾ ਹੂੰ ਮੈਂ ਵੈਸਾ ਕਿਉਂ ਵਰਗਾ ਖੜਕਵੀਂ ਔਰ ਅੰਤਰਾ ਵਰਗੀ ਕਹਾਣੀ ਕਹਿਣ ਵਾਲਾ, ਕਾਮ ਮਹਾਬਲੀ ਵਰਗੀ ਕਹਾਣੀ, ਜਾਂ ਮੈਂ ਰੇਪ ਨੂੰ ਇੰਜੋਏ ਕਰਦੀ ਹਾਂ। ਐਂਡ ਜਦੋਂ ਉਹਦੀ ਕਹਾਣੀ ਪੜ੍ਹੀ ਸੀ ਮੈਂ ਕਿਹਾ ਯਾਰ ਕੋਈ ਵੀ ਕਹਾਣੀ ਲਿਟਰੇਚਰ ਉਹਦੇ ਕਿਆ ਮੀਨਿੰਗ ਵੱਜਦੇ ਆ ਕਿ ਅੱਜ ਅਸੀਂ ਮਜ਼ਦੂਰ ਨਾਲ ਕੀ ਕਰ ਰਹੇ ਹਾਂ, ਅੱਜ ਅਸੀਂ ਵਾਤਾਵਰਨ ਨਾਲ ਕੀ ਕਰ ਰਹੇ ਹਾਂ, ਅੱਜ ਪੇੜ ਪੌਦਿਆਂ ਨਾਲ ਕੀ ਕਰ ਰਹੇ ਹਾਂ, ਅੱਜ ਅਸੀਂ ਆਪਣੇ ਬਚਪਨ ਨਾਲ ਕੀ ਕਰ ਰਹੇ ਹਾਂ, ਆਪਣੀ ਜਵਾਨੀ ਨਾਲ ਕੀ ਕਰ ਰਹੇ ਹਾਂ, ਆਪਣੇ ਔਰਤ ਨਾਲ ਕੀ ਕਰ ਰਹੇ ਹਾਂ, ਅਸੀਂ ਆਪਣੇ ਆਪ ਨਾਲ ਕੀ ਕਰ ਰਹੇ ਹਾਂ। ਤਾਂ ਰੇਪ ਇੱਕ ਐਸਾ ਮੈਟਾਫਰ ਹੈ ਜਿਹੜਾ ਤੁਹਾਡੇ ਲੂੰ ਕੰਡੇ ਖੜੇ ਹੋ ਜਾਂਦੇ ਆ ਯਾਰ, ਤੁਹਾਨੂੰ ਐ ਦਿਖਣ ਲੱਗ ਪੈਂਦਾ ਨਹੀਂ ਇਹ ਹੁੰਦੀ ਰਚਨਾ ਧਰਮਤਾ, ਇਹ ਹੁੰਦਾ ਰਚਨਾਕਾਰੀ ਜਿਹਨੂੰ ਤੁਸੀਂ ਕਰਨੀ ਹੁੰਦੀ ਆ। ਸੋ ਸਾਡਾ ਮਨ ਸੀਗਾ ਕਿ ਇਹਨਾਂ ਰਾਈਟਰਸ ਕੋਲ ਸ਼ਬਦ ਕਿਵੇਂ ਆਉਂਦੇ ਨੇ ਔਰ ਇਹ ਸੁਸਾਇਟੀ ਨੂੰ ਕਿਵੇਂ ਓਬਜ਼ਰਵ ਕਰਦੇ ਨੇ, ਕਿਵੇਂ ਦੇਖਦੇ ਨੇ, ਫਿਰ ਇਹਨਾਂ ਦੇ ਮਨ ਵਚਨੀਆਂ ਕਿਵੇਂ ਚੱਲਦੀਆਂ ਨੇ, ਕਰੈਕਟਰ ਕਿਵੇਂ ਫਿਰ ਤੰਗ ਕਰਦੇ ਨੇ, ਪਰੇਸ਼ਾਨ। ਟਾਲਸਟਾਏ, ਕੁਲਦੀਪ ਦੀਪ ਹੋਰੀ, ਹਾਂ, ਨਾਟਕ ਦੀ। ਔਰ ਸਾਡੀ ਇਹ ਕੋਸ਼ਿਸ਼ ਸੀ ਕਿ ਨਾਟਕ, ਕਵਿਤਾ, ਆਲੋਚਨਾ, ਕਹਾਣੀ, ਨਾਵਲ, ਵਾਰਤਕ, ਗਜ਼ਲ, ਨਜ਼ਮ, ਲਗਭਗ ਸਾਰੀਆਂ ਵਿਧਾਵਾਂ ਨੂੰ ਇਸ ਪ੍ਰੋਗਰਾਮ ਦੇ ਕਲਾਵੇ 'ਚ ਅਸੀਂ ਕਾਫੀ ਚਿਰ ਤੋਂ ਸੋਚ ਰਹੇ ਸੀ ਇਸ ਪ੍ਰੋਗਰਾਮ ਬਾਰੇ, ਬਟ ਸਾਨੂੰ ਕੋਈ ਵੈਨਿਊ ਦਾ ਆ ਰਿਹਾ ਸੀਗਾ, ਫਿਰ ਇੱਕਦਮ ਪ੍ਰੋਗਰਾਮ ਬਣਿਆ ਔਰ ਦੋਸਤਾਂ ਨੇ ਬਹੁਤ ਭਰਪੂਰ ਹੁੰਗਾਰਾ ਜਿਹੜਾ ਦਿੱਤਾ ਆ। ਅਸੀਂ ਫਾਰਮਲੀ ਮੈਂ ਰਿਕੁਐਸਟ ਕਰਾਂਗਾ ਸਾਰੇ ਸਾਡੇ ਮੇਰੇ ਜਿਹੜੇ ਅਦਬੀ ਲੋਕ ਆ, ਅਸੀਂ ਸਾਰੇ ਜਣੇ, ਅਸ਼ੋਕ ਜੀ, ਸੋਲ ਮੈਮ, ਪ੍ਰਵੇਸ਼ ਸਰ, ਅਰਸ਼ ਸਰ, ਆਪਾਂ ਜੋਤ ਪ੍ਰਜਵਲਿਤ ਕਰੀਏ ਕਿਉਂਕਿ ਲਾਲਟੈਨ ਜਗਾਉਣੀ ਹੈ। ਲਾਲਟੈਨ ਜਗਾਈ ਯਾ ਪਹਾੜ ਤੇ ਲਾਲਟੈਨ। ਥੈਂਕ ਯੂ ਵੈਰੀ ਮੱਚ। ਸਾਰੇ ਅਦਬੀ ਵੱਡੇ ਵੀ ਨੇ, ਦੋਸਤ ਵੀ ਨੇ, ਔਰ ਜਿਹੜਾ ਇੱਕ ਸਤਿਕਾਰ ਹੁੰਦਾ ਹੈ ਰੌਸ਼ਨੀ ਦਾ, ਲਾਲਟੈਨ ਦਾ ਸਤਿਕਾਰ, ਉਹ ਸਾਰਿਆਂ ਨੇ ਅਸੀਂ ਜ਼ਾਹਰ ਕੀਤਾ ਹੈ। ਔਰ ਮੈਂ ਬੇਨਤੀ ਕਰਾਂਗਾ ਇੱਕ ਫਾਰਮਲੀ ਇਸ ਪ੍ਰੋਗਰਾਮ ਦੀ ਸਾਡੇ ਮਨ 'ਚ ਰੂਪ ਰੇਖਾ ਕਿਵੇਂ ਬਣੀ, ਕਿਵੇਂ ਅਸੀਂ ਮੈਡਮ ਹੋਰਾਂ ਨੇ ਤਾਂ ਜਿਹੜਾ ਗਰੁੱਪ ਬਣਾਇਆ ਉਹਦਾ ਨਾਂ ਹੀ ਮੁਹੱਬਤਾਂ ਦੇ ਸਰਨਾਮੇ। ਕਈ ਵਾਰੀ ਜਦੋਂ ਇਸ ਤਰੀਕੇ ਅਸੀਂ ਫਾਰਮਲ ਜਿਹਾ ਮਿਲਦੇ ਹਾਂ, ਉੱਥੇ ਚੌਰਸ ਤਕਲੀਫ ਜਿਹੀ ਵਾਂਗ ਨਹੀਂ ਬੈਠੇ ਹੁੰਦੇ, ਤਾਂ ਅਸੀਂ ਕਈ ਦਿਲ ਦੀਆਂ ਗੱਲਾਂ ਖੋਲ੍ਹਦੇ ਹਾਂ। ਬਾਰਿਸ਼ ਪੈ ਰਹੀ ਸੀ ਝਮਾ ਝਮ, ਤੇ ਕਵਿਤਾਵਾਂ ਸੁਣਾ ਰਹੇ ਸੀ। ਹੁਣ ਵੀ ਸੁਣਾਓ ਕਵਿਤਾਵਾਂ ਸਰ, ਦੱਸੋ ਕਿਉਂ ਪ੍ਰੋਗਰਾਮ ਬਣਾਇਆ। ਡਾਕਟਰ ਸਰਬਜੀਤ ਕੌਰ ਸੋਲ ਸਾਡੇ ਪ੍ਰਧਾਨ। ਬਹੁਤ ਮਿਹਰਬਾਨੀ ਕਾਲੀ ਜੀ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਇਹ ਭੰਡਾਰੀ ਅਦਬੀ ਟਰਸਟ ਜਿਹਦੇ ਪ੍ਰਧਾਨ ਅਸ਼ੋਕ ਨਾਦਰ ਜੀ ਨੇ, ਅਤੇ ਉਹਨਾਂ ਦੇ ਸਹਿਯੋਗ ਦੇ ਨਾਲ ਪੰਜਾਬ ਸਾਹਿਤ ਅਕਾਦਮੀ ਨੇ ਇਹਨਾਂ ਖੂਬਸੂਰਤ ਵਾਦੀਆਂ ਦੇ ਵਿੱਚ ਸੋਲਨ ਦੇ ਵਿੱਚ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ। ਸਾਡਾ ਇਹ ਦੂਸਰਾ ਪ੍ਰੋਗਰਾਮ ਹੈ ਇਸੇ ਹੀ ਜਗ੍ਹਾ ਦੇ ਉੱਤੇ। ਅਸੀਂ ਪਹਿਲਾਂ ਵੀ ਸਿਰਜਣ ਪ੍ਰਕਿਰਿਆ ਦਾ ਪ੍ਰੋਗਰਾਮ ਕੀਤਾ ਸੀ, ਤਾਂ
ਉਦੋਂ ਵੀ ਇੰਨਾ ਕੁ ਕਾਮਯਾਬ ਹੋਇਆ ਸੀ ਔਰ ਉਹਦੀਆਂ ਯਾਦਾਂ ਜਿਹੜੀਆਂ ਨੇ ਉਹ ਅਜੇ ਵੀ YouTube ਤੇ ਵੀ ਮਹਿਕਾ ਰਹੀਆਂ ਔਰ ਸਾਡੇ ਦਿਲਾਂ ਨੂੰ ਵੀ ਬਹੁਤ ਮਹਿਕਾ ਰਹੀਆਂ ਨੇ। ਸੋ ਇਹ ਬੜੇ ਲੰਮੇ ਸਮੇਂ ਤੋਂ ਸਾਡੇ ਧਿਆਨ 'ਚ ਸੀਗਾ ਕਿ ਅਸੀਂ ਇਸ ਤਰ੍ਹਾਂ ਦਾ ਇੱਕ ਹੋਰ ਪ੍ਰੋਗਰਾਮ ਕਰੀਏ। ਆਮ ਤੌਰ 'ਤੇ ਅਸੀਂ ਜਿਹੜਾ ਸਾਹਿਤ ਅਕੈਡਮੀ ਦੇ ਪ੍ਰੋਗਰਾਮ ਕਲਾ ਭਵਨ ਚੰਡੀਗੜ੍ਹ 'ਚ ਹੋ ਜਾਂਦੇ ਆ, ਜਾਂ ਫਿਰ ਅਸੀਂ ਕੁਝ ਰਵਾਇਤਾਂ ਪਾਈਆਂ ਨਵੀਆਂ ਕਿ ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰ ਕਲਕੱਤਾ, ਬੰਬੇ, ਦਿੱਲੀ, ਹਿਮਾਚਲ ਦੇ ਵਿੱਚ, ਇੱਧਰ ਸਾਰੇ ਪੰਜਾਬ ਨੂੰ ਅਸੀਂ ਕੀਤਾ ਹੈਗਾ, ਕੋਸ਼ਿਸ਼ ਕੀਤੀ ਹੈ ਕਿ ਸਾਰੀਆਂ ਥਾਵਾਂ ਦੇ ਉੱਤੇ ਸਾਰੇ ਲੇਖਕ ਜਿੰਨੇ ਤੱਕ ਸਾਡੀ ਸਮਰੱਥਾ ਹੈ ਅਸੀਂ ਉਹਨਾਂ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਕਲਾ ਵਿੱਚ ਲਈਏ, ਉਹਨਾਂ ਬਾਰੇ ਜਾਣੀਏ, ਉਹਨਾਂ ਤੱਕ ਪਹੁੰਚ ਕਰੀਏ। ਸੋ ਇਸ ਦੇ ਲਈ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੀ ਜਿਹੜੀ ਮੌਜੂਦਾ ਟੀਮ ਆ ਜਿਹਦੇ ਵਿੱਚ ਅਸੀਂ ਸਾਰੇ ਹੀ ਅਸੀਂ ਟੀਮ ਦੇ ਵਰਕਰ ਵੀ ਹਾਂ ਔਰ ਰਲ ਮਿਲ ਕੇ ਅਸੀਂ ਪ੍ਰੋਗਰਾਮ ਜਿਹੜੇ ਆ ਉਹ ਉਲੀਕਦੇ ਵੀ ਹਾਂ ਅਤੇ ਫਿਰ ਉਹਨਾਂ ਦਾ ਆਯੋਜਨ ਵੀ ਕਰਦੇ ਹਾਂ। ਡਾਕਟਰ ਰਵੇਲ ਸਿੰਘ ਸਾਡੇ ਨਾਲ ਨੇ। ਮੈਂ ਇਹ ਕਹਾਂਗੀ ਕਿ ਅਸੀਂ ਇੱਕ ਸੰਸਥਾ ਨਹੀਂ, ਇਸ ਵੇਲੇ ਅਸੀਂ ਕਈ ਸੰਸਥਾਵਾਂ ਜੁੜੀਆਂ ਹੋਈਆਂ। ਇਹਨਾਂ ਕੋਲ ਬਹੁਤ ਲੰਬਾ ਸਾਰਾ ਤਜਰਬਾ ਹੈ ਪੰਜਾਬੀ ਅਕਾਦਮੀ ਦਿੱਲੀ ਦਾ ਔਰ ਉਹਦੇ ਨਾਲ ਇਹ ਕਨਵੀਨਰ ਰਹੇ ਨੇ ਸਾਹਿਤ ਅਕਾਦਮੀ ਦੇ। ਸੋ ਇਹਨਾਂ ਦਾ ਜਿਹੜਾ ਉਹ ਤਜਰਬਾ ਸਾਰੇ ਲੋਕਾਂ ਤੱਕ ਪਹੁੰਚ ਆ ਉਹਦਾ ਸਾਨੂੰ ਬਹੁਤ ਫਾਇਦਾ ਹੁੰਦਾ। ਜਦੋਂ ਵੀ ਅਸੀਂ ਪ੍ਰੋਗਰਾਮ ਉਲੀਕਦੇ ਹਾਂ ਤਾਂ ਇਹਨਾਂ ਦੇ ਕੰਟੈਕਟਸ ਦੇ ਰਾਹੀਂ ਅਸੀਂ ਉਹਨਾਂ ਸਾਰੇ ਲੇਖਕਾਂ ਤੱਕ ਪਹੁੰਚ ਪਾਉਂਦੇ ਹਾਂ। ਭੰਡਾਰੀ ਅਦਬੀ ਟਰਸਟ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਆ, ਮੈਨੂੰ ਲੱਗਦਾ ਸਿੰਗਲ ਮੈਨ ਆਰਮੀ ਆ ਅਸ਼ੋਕ ਭੰਡਾਰੀ ਜੀ। ਅਤੇ ਬਹੁਤ ਛੇਤੀ ਅਸੀਂ ਇੱਕ ਤੁਹਾਨੂੰ ਸਾਰਿਆਂ ਨਾਲ ਇੱਕ ਹੋਰ ਖੁਸ਼ੀ ਵੀ ਸਾਂਝੀ ਕਰਾਂਗੇ ਕਿ ਇਹਨਾਂ ਦੇ ਮਨ ਦੇ ਵਿੱਚ ਇੱਕ ਖਵਾਹਿਸ਼ ਸੀਗੀ ਕਿ ਲੇਖਕਾਂ ਦੇ ਬੈਠਣ ਉੱਠਣ ਲਈ, ਲੇਖਕਾਂ ਦੇ ਪ੍ਰੋਗਰਾਮ ਕਰਨ ਲਈ, ਉਹਨਾਂ ਦੇ ਰਹਿਣ ਲਈ ਅਤੇ ਸਿਰਜਣਾ ਕਰਨ ਦੇ ਲਈ ਇੱਕ ਮਾਹੌਲ ਜਿਹੜਾ ਲੋੜੀਂਦਾ ਹੁੰਦਾ। ਸ਼ਾਇਦ ਅਸੀਂ ਉਹ ਮਾਹੌਲ ਅਜੇ ਪੰਜਾਬ ਦੇ ਵਿੱਚ ਜਾਂ ਕਹਿ ਲਓ ਕਿ ਪੂਰੇ ਇੰਡੀਆ 'ਚ ਉਹੋ ਜਿਹਾ ਕਿਤੇ ਵੀ ਨਹੀਂ ਹੈਗਾ ਜਿੱਥੇ ਅਸੀਂ ਲੇਖਕਾਂ ਨੂੰ ਉਹਨਾਂ ਦਾ ਬਣਦਾ ਮਾਨ ਸਨਮਾਨ ਦੇ ਸਕੀਏ, ਕਿ ਉਹਨਾਂ ਨੂੰ ਕਹੀਏ ਕਿ ਤੁਹਾਨੂੰ ਰੋਟੀ ਪਾਣੀ ਦੀ ਚਿੰਤਾ ਕਰਨ ਦੀ ਲੋੜ ਨਹੀਂ, ਤੁਸੀਂ ਬਸ ਕ੍ਰੀਏਟਿਵ ਹੋਵੋ ਅਤੇ ਸਰੋਕਾਰਾਂ ਦੇ ਨਾਲ, ਸਮਾਜਿਕ ਸਰੋਕਾਰਾਂ ਦੇ ਨਾਲ ਵਾਬਸਤਾ ਹੁੰਦੇ ਹੋਏ ਅਗਾਂਹ ਜਿਹੜੇ ਆ ਤੁਸੀਂ ਤੁਰੋ, ਤਾਂ ਕਿ ਉਹ ਬਹੁਤ ਵੱਡੀ ਕਲਮ ਦੇ ਵਿੱਚ ਬਹੁਤ ਵੱਡੀ ਤਾਕਤ, ਤਲਵਾਰ ਤੋਂ ਵੀ ਜ਼ਿਆਦਾ, ਕਿ ਉਹ ਸਾਰਿਆਂ ਨੂੰ ਇੱਕ ਰਸਤਾ ਦਿਖਾਉਂਦੀ ਆ। ਕਲਮ ਨੇ ਨਾਲ ਲੈ ਕੇ ਤੁਰਨਾ ਹੁੰਦਾ ਸਾਰਿਆਂ ਨੂੰ। ਔਰ ਜੋ ਸਮਾਜ ਦੇ ਵਿੱਚ ਹੋ ਰਿਹਾ ਸੱਚ ਕਹਿ ਲਓ ਤੁਸੀਂ, ਜਾਂ ਕਹਿ ਲਓ ਕਿ ਆਪੋਜੀਸ਼ਨ ਕਹਿ ਲਓ, ਕਿ ਉਹਨੇ ਉਹ ਸਭ ਦੇ ਸਾਹਮਣੇ ਲੈ ਕੇ ਆਉਣਾ ਆ। ਜੇ ਉਹ ਖੂਬਸੂਰਤੀ ਤੁਹਾਡੇ ਸਾਹਮਣੇ ਲਿਆਊਗੀ ਤਾਂ ਉਹ ਗਲੀਸਤਾ ਵੀ ਲਿਆਊਗੀ, ਬਦਸੂਰਤੀ ਵੀ ਉਹ ਤੁਹਾਡੇ ਸਾਹਮਣੇ ਅੱਖਾਂ ਦੀ ਦ੍ਰਿਸ਼ਟੀ 'ਚ ਲੈ ਕੇ ਆਊਗੀ, ਤਾਂ ਕਿ ਅਸੀਂ ਦੋਵਾਂ ਦੇ ਕੰਪੈਰੀਜ਼ਨ 'ਚੋਂ ਜਿਹੜੀ ਬਦਸੂਰਤੀ ਉਹਨੂੰ ਹਟਾ ਸਕੀਏ ਸਮਾਜ 'ਚੋਂ ਅਤੇ ਖੂਬਸੂਰਤੀ ਨੂੰ ਹੋਰ ਅਗਾਂਹ ਸੋਹਜ ਪਈ ਬਣਾ ਸਕੀਏ। ਸੋ ਅਸੀਂ ਗੱਲ ਕਰ ਰਹੇ ਸੀਗੇ ਅਸ਼ੋਕ ਭੰਡਾਰੀ ਜੀ ਦੀ, ਅਤੇ ਇਹਨਾਂ ਨੇ ਉਹ ਲੇਖਕਾਂ ਦਾ ਇੱਕ, ਮੈਂ ਕਹਿੰਦੀ ਹਾਂ ਮੱਕਾ ਹੀ ਬਣ ਜਾਣਾ, ਲੇਖਕਾਂ ਦਾ ਮੱਕਾ। ਜਿਵੇਂ ਅੰਧਰੇਟਾ ਇਸੇ ਤਰ੍ਹਾਂ ਦੀ ਇੱਕ ਖੂਬਸੂਰਤ ਸਥਾਨ 'ਤੇ ਕਾਫੀ ਵੱਡੀ ਥਾਂ ਦੇ ਉੱਤੇ ਇਹ ਮੇਰੇ ਖਿਆਲ 3 ਏਕੜ ਜਗ੍ਹਾ, 2 ਏਕੜ ਜਗ੍ਹਾ ਦੇ ਵਿੱਚ ਉੱਥੇ ਇੱਕ ਆਡੀਟੋਰੀਅਮ ਬਣਾ ਰਹੇ ਨੇ, ਨਾਲ ਦੇ ਨਾਲ ਲੇਖਕਾਂ ਦੇ ਰਹਿਣ ਲਈ, ਲਿਖਣ ਪੜ੍ਹਨ ਲਈ ਕਮਰੇ ਵੀ ਨੇ। ਸੋ ਬਹੁਤ ਛੇਤੀ ਅਸੀਂ ਉਹ ਵੀ ਕਰਾਂਗੇ। ਸੋ ਮੇਰਾ ਕਹਿਣ ਦਾ ਭਾਵ ਇੱਕ ਸੀ ਕਿ ਸ਼੍ਰੀ ਰਾਮ ਅਰਸ਼ ਜੀ ਆਪਣੇ ਆਪ ਦੇ ਵਿੱਚ ਕੇਂਦਰੀ ਦੇ ਬਹੁਤ ਲੰਮਾ ਸਮਾਂ ਇਹਨਾਂ ਨੇ ਰਹੇ ਨੇ। ਮੱਖਣ ਮਾਨ ਜੀ ਆ, ਇਹ ਵੀ ਇਹਨਾਂ ਦੀ ਇੱਕ ਸੰਸਥਾ ਫੁਲਕਾਰੀ, ਹਾਂ ਉਹ ਹੈ। ਕਾਲੀ ਜੀ ਸਾਡੇ ਜਰਨਲਿਸਟ ਵੀ ਨੇ ਅਤੇ ਮੀਤ ਪ੍ਰਧਾਨ ਵੀ ਨੇ, ਅਤੇ ਨਾਲ ਦੇ ਨਾਲ ਇਹ ਕਹਿ ਲਓ ਕਿ ਬਹੁਤ ਸਾਰਾ ਜਿਹੜਾ ਆਲੋਚਨਾ ਦਾ ਔਰ ਹੋਰ ਜਿਹੜਾ ਕੰਮ ਆ ਉਹ ਇਹ ਕਰਦੇ ਨੇ, ਖੂਬਸੂਰਤੀ ਦੇ ਨਾਲ ਕਰਦੇ ਨੇ। ਅਤੇ ਇਸੇ ਤਰ੍ਹਾਂ ਸਾਡਾ ਵੀਰ ਜਿਨ੍ਹਾਂ ਨੂੰ ਅਸੀਂ ਜੱਜ ਦਾ ਅਰਦਲੀ ਕਹਿ ਕੇ ਤੁਹਾਨੂੰ ਜ਼ਿਆਦਾ ਲੱਗਦਾ, ਨਿੰਦਰ ਘੁੰਗਿਆਨ ਵੀ, ਉਹ ਵੀ ਸਾਡੇ ਪੰਜਾਬ ਸਾਹਿਤ ਅਕੈਡਮੀ ਨਾਲ ਵਾਬਸਤਾ ਨੇ ਔਰ ਨਾਲ ਦੇ ਨਾਲ ਇਹ ਸਾਡੇ ਮੀਡੀਆ ਕੋਆਰਡੀਨੇਟਰ ਵੀ ਨੇ ਔਰ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਦੇ ਵਿੱਚ ਇਹਨਾਂ ਦੇ ਬਹੁਤ ਯੋਗਦਾਨ ਹੈ। ਦੀਪਤੀ ਬਬੂਟਾ ਜੀ ਜਿਹੜੇ ਕਿ ਇਹ ਆਪ ਘੱਟ ਬੋਲਦੇ ਨੇ ਪਰ ਇਹਨਾਂ ਦੀ ਕਹਾਣੀ ਵੱਧ ਬੋਲਦੀ ਹੈ। ਸੋ ਨਿਮੀ ਵਸ਼ਿਸ਼ਟ ਜੀ ਜਿਨ੍ਹਾਂ ਨੇ ਇਸ ਖੂਬਸੂਰਤ ਥਾਂ ਨੂੰ ਹੋਰ ਖੂਬਸੂਰਤ ਬਣਾਤਾ ਔਰ ਕਵਿਤਾਵਾਂ ਬਹੁਤ ਸੋਹਣੀਆਂ ਕਹਿੰਦੇ ਨੇ ਔਰ ਗਾਉਂਦੇ ਬਹੁਤ ਸੋਹਣੇ ਨੇ। ਮੈਡਮ ਤਜਿੰਦਰ ਸ਼ਾਹੀ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਵੀ ਕਰਦੇ ਨੇ ਔਰ ਅਸੀਂ ਇੱਕ ਜਿਹੜਾ ਹੈ ਸਾਨੂੰ ਸਾਰਿਆਂ ਨੂੰ ਸਾਂਭਣ ਵਾਲੇ ਇਹ ਸਾਡੇ ਨਾਲ ਨੇ। ਸੋ ਇਹਨਾਂ ਸਾਰੀਆਂ ਖੂਬਸੂਰਤ ਹਸਤੀਆਂ ਦੇ ਨਾਲ ਅਸੀਂ ਇਨਫੋਰਮਲ ਤਰੀਕੇ ਦੇ ਨਾਲ ਗੱਲਬਾਤ ਕਰਾਂਗੇ, ਅਸੀਂ ਕੁਝ ਮੰਥਨ ਕਰਾਂਗੇ, ਚਿੰਤਨ ਕਰਾਂਗੇ, ਵਿਚਾਰਾਂ ਨੂੰ ਵੇਖਾਂਗੇ ਕਿ ਅਸੀਂ ਹੁਣ ਤੱਕ ਕੀ ਕੀਤਾ ਅਤੇ ਅਗਾਂਹ ਹੋਰ ਕੀ ਕਰਨ ਦੀ ਲੋੜ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਇਕੱਠੇ ਇੱਥੇ ਜਿਹੜੇ ਲੇਖਕ ਹੁੰਦੇ ਆ ਉਹਨਾਂ ਨੂੰ ਮੌਸਮ ਅਤੇ ਮਾਹੌਲ ਬੜਾ ਜਿਹੜਾ ਨਾ ਕੀ ਕਹਿੰਦੇ ਹੁੰਦੇ ਅਸੀਂ
ਪ੍ਰੇਰਿਤ ਕਰਦਾ ਤੇ ਮੁਤਾਸਰ ਕਰਦਾ। ਸੋ ਇੱਥੇ ਖੂਬਸੂਰਤ ਜਦੋਂ ਅਸੀਂ ਆ ਰਹੇ ਸੀ ਤੇ ਪਹਾੜ ਦੇ ਬੱਦਲ ਨਾ ਉਹਨਾਂ ਦੇ ਥੱਲੇ ਸੀਗੇ, ਜਿਵੇਂ ਉਹ ਸਾਡਾ ਸਵਾਗਤ ਕਰ ਰਹੇ ਹੋਣ, ਤੇ ਰਿਮਝਿਮ ਜਿਹੜੀ ਮੌਸਮ ਸੀਗੀ ਉਹ ਬਾਰਿਸ਼ ਪੈ ਰਹੀ ਸੀ, ਤੇ ਮੈਨੂੰ ਲੱਗਦਾ ਕੁਦਰਤ ਵੀ ਖੁਸ਼ ਹੋ ਰਹੀ ਹੁੰਦੀ ਆ। ਸੋ ਲੇਖਕ ਤੇ ਕੁਦਰਤ ਦਾ ਬਹੁਤ ਨੇੜੇ ਦਾ ਰਿਸ਼ਤਾ ਆ, ਤੇ ਉਹ ਇਸ ਖੂਬਸੂਰਤ ਰਿਸ਼ਤੇ ਨੂੰ ਅਸੀਂ ਸਾਂਭਣ ਆਏ ਆ ਤਾਂ ਕਿ ਸਾਡੀਆਂ ਕਲਮਾਂ ਹੋਰ ਤਿੱਖੀਆਂ ਹੋਣ, ਹੋਰ ਇਹਨਾਂ ਦੇ ਵਿੱਚੋਂ ਖੁਸ਼ਬੂ ਆਵੇ, ਮਹਿਕ ਆਵੇ, ਤੇ ਅਸੀਂ ਕੁਝ ਹੋਰ ਚੰਗਾ ਕਰ ਸਕੀਏ ਆਪਣੇ ਪੰਜਾਬ ਲਈ, ਆਪਣੇ ਦੇਸ਼ ਦੇ ਲਈ ਔਰ ਪੂਰੀ ਦੁਨੀਆ ਦੇ ਲਈ। ਜਿੱਥੋਂ ਤੱਕ ਸਾਹਿਤ ਅਕਾਦਮੀ ਦੀ ਆਪਾਂ ਕਰੀਏ ਕਿ ਮੈਨੂੰ ਇਹ ਮਾਣ ਹੈ ਕਿ ਸਾਡੀ ਮੌਜੂਦਾ ਟੀਮ ਨੇ ਪਿਛਲੇ 1 ਸਾਲ ਦੇ ਵਿੱਚ 100 ਤੋਂ ਵੱਧ ਪ੍ਰੋਗਰਾਮ ਜਿਹੜੇ ਨੇ ਉਹ ਕੀਤੇ, ਔਰ ਉਹਦੇ ਵਿੱਚ ਮੈਂ ਕਹਿੰਦੀ ਹਾਂ ਜੇ ਆਪਾਂ ਸਭ ਤੋਂ ਵੱਡੀ ਗੱਲ ਉਹ ਇਹ ਆ ਕਿ ਹੁਣ ਅਸੀਂ ਕਿਤੇ ਨਹੀਂ ਹੁੰਦੇ, ਉਹਨਾਂ 'ਚ ਮੈਡਮ ਸੋਲ ਨਹੀਂ ਹੁੰਦੀ, ਉਹਨਾਂ 'ਚ ਰਵੇਲ ਸਰ ਨਹੀਂ ਹੁੰਦੇ, ਇਹ ਨਹੀਂ ਹੁੰਦੇ, ਅਸੀਂ ਕਿਤੇ ਨਹੀਂ ਹੁੰਦੇ, ਪਰ ਅਕਾਦਮੀ ਹੁੰਦੀ ਆ। ਔਰ ਉਹ ਇੱਕ ਸੰਸਥਾ ਬੋਲ ਰਹੀ ਹੈ, ਅਸੀਂ ਨਹੀਂ ਬੋਲ ਰਹੇ, ਸੰਸਥਾ ਬੋਲ ਰਹੀ ਹੈ। ਤੇ ਜੇਕਰ ਕੈਨੇਡਾ ਦੇ ਵਿੱਚ ਸੀਗਾ ਪ੍ਰੋਗਰਾਮ ਸੀ, ਕਾਨਫਰੰਸ ਸੀ, ਤੇ ਉਸ ਕਾਨਫਰੰਸ 'ਚ ਸ਼ਿਰਕਤ ਕਰਨੀ ਸੀ ਅਸੀਂ, ਮੈਂ ਵੀ ਜਾਣਾ ਸੀਗਾ ਪਰ ਕੁਝ ਕਾਰਨਾਂ ਕਰਕੇ ਨਹੀਂ ਜਾ ਪਾਈ। ਪਰ ਸਾਡੇ ਉਹ ਜਿਹੜੇ ਐਸੋਸੀਏਟ ਮੈਂਬਰ ਨੇ ਉੱਥੇ ਅਜੈਬ ਚੱਠਾ ਜੀ ਨੇ ਔਰ ਰਮਿੰਦਰ ਵਾਲੀਆ ਨੇ ਔਰ ਉਹਦੇ ਨਾਲ ਸਾਡਾ ਢਿੱਲੋਂ, ਉਹ ਉੱਥੇ ਗਏ ਹੋਏ ਨੇ, ਤੇ ਉਹਨਾਂ ਨੇ 3 ਕਵੀ ਦਰਬਾਰ ਜਿਹੜੇ ਨੇ ਉਹ ਉੱਥੇ ਆਯੋਜਿਤ ਕੀਤੇ ਆ, ਔਰ ਅਸੀਂ ਉੱਥੇ ਨਹੀਂ ਆ, ਸਾਡਾ ਨਾਮ ਬੋਲ ਰਿਹਾ, ਅਕੈਡਮੀ ਦਾ ਨਾਮ ਬੋਲ ਰਿਹਾ। ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਲਈ ਮਾਣ ਕਰਨਯੋਗ ਗੱਲ ਹੈਗੀ ਆ ਕਿ ਅਸੀਂ ਨਾ ਵੀ ਹੋਈਏ ਤੇ ਉੱਥੇ ਜਿਹੜੀ ਹੋਂਦ ਆ ਅਕਾਦਮੀ ਦੀ, ਮੈਂ ਕਦੀ ਇਹ ਨਹੀਂ ਕਹੂੰਗੀ ਕਿ ਮੇਰੀ ਅਕਾਦਮੀ ਦੀ ਹੋਂਦ ਆ ਉਹ ਉੱਥੇ ਹੁੰਦੀ ਆ। ਉਸ ਤੋਂ ਬਿਨਾਂ ਅਸੀਂ ਰੰਗ FM ਇੱਕ ਚੈਨਲ ਹੈਗਾ, ਰੇਡੀਓ ਚੈਨਲ ਆ, ਉਹਦੇ ਡਾਇਰੈਕਟਰ ਦੇ ਨਾਲ ਸਾਡਾ ਹੋਇਆ ਆ। ਉਹ ਹਰ ਹਫਤੇ ਇੱਕ ਅਕਾਦਮੀ ਦਾ ਪ੍ਰੋਗਰਾਮ ਜਿਹੜਾ ਸਾਡੇ ਰਾਹੀਂ, ਮਤਲਬ ਅਸੀਂ ਉਹਨਾਂ ਨੂੰ ਇੱਕ ਦਿੰਦੇ ਆ, ਸਾਡਾ ਰਾਈਟਰ ਜਿਹੜਾ ਆ ਉਹ ਉੱਥੇ ਉਹਦੀ ਉਹ ਇੰਟਰਵਿਊ ਹਰ ਹਫਤੇ ਦੇ ਵਿੱਚ ਇੱਕ ਹੁੰਦੀ ਆ। ਸੋ 4 ਪ੍ਰੋਗਰਾਮ ਸਾਡੇ ਇਹ ਹੋ ਰਹੇ ਆ ਹਰ ਹਫਤੇ ਦੇ ਵਿੱਚ, ਮਹੀਨੇ ਦੇ ਵਿੱਚ। ਔਰ ਇਸੇ ਤਰ੍ਹਾਂ ਇੱਕ ਮਲੇਰਕੋਟਲੇ ਦੀ ਸੰਸਥਾ ਹੈਗੀ ਆ, ਉਹ ਵੀ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਮਹੀਨੇ ਦੇ ਵਿੱਚ ਕਰ ਰਹੀ ਆ। ਇਸੇ ਤਰ੍ਹਾਂ ਜਿਹੜੇ ਆਨਲਾਈਨ ਤੇ ਆਫਲਾਈਨ, ਕਿਉਂਕਿ ਕਰੋਨਾ ਨੇ ਸਾਨੂੰ ਮਿਟਾਇਆ ਵੀ ਆ ਤੇ ਸਾਨੂੰ ਸਿਖਾਇਆ ਵੀ ਆ। ਸੋ ਉਹ ਜਿਹੜਾ ਅਸੀਂ ਸਿੱਖਿਆ ਹੈਗਾ ਆਨਲਾਈਨ ਪ੍ਰੋਗਰਾਮ ਕਰਨ ਵਾਲਾ, ਉਹਦੇ ਨਾਲ ਸਾਨੂੰ ਇਹ ਫਾਇਦਾ ਹੋਇਆ ਕਿ ਹੁਣ ਪਿੱਛੇ ਜੇ ਅਸੀਂ ਆਸਟ੍ਰੇਲੀਆ ਦੇ ਲੇਖਕਾਂ ਨਾਲ, ਪੰਜਾਬੀ ਕਵੀਆਂ ਨਾਲ ਕਵੀ ਦਰਬਾਰ ਸੀਗਾ, ਔਰ ਕਿਆ ਕਮਾਲ ਦੀ ਕਵਿਤਾ ਸੀ ਕਿ ਅਸੀਂ ਉੱਥੇ ਮਤਲਬ ਜਿਹੜੇ ਉਹ ਕਹਿ ਲਓ ਕਿ ਪ੍ਰੈਜ਼ੈਂਸ ਦੇ ਜਾਂ ਹੋਂਦ ਦੇ ਜਾਂ ਉਹ ਸਾਰੇ ਮਸਲੇ ਦੂਰ ਹੋ ਗਏ ਆ ਕਿ ਅਸੀਂ ਦਿਲਾਂ ਤੋਂ ਇੱਕ ਦੂਜੇ ਦੇ ਇੰਨੇ ਨੇੜੇ ਹੋ ਗਏ ਕਿ ਆਸਟ੍ਰੇਲੀਆ ਤੇ ਇਹ ਜਿਹੜਾ ਭਾਰਤ ਆ ਉਹ ਅਸੀਂ ਆਨਲਾਈਨ ਦੇ ਰਾਹੀਂ ਇੰਨਾ ਜੁੜ ਗਏ ਆ ਕਿ ਮਤਲਬ ਕਹਿ ਲਓ ਕਿ ਓਨਾ ਹੀ ਆਨੰਦ ਆਉਂਦਾ ਸੀ ਜਿੰਨਾ ਅੱਜ ਦੀ ਅਸੀਂ ਇਸ ਮਹਿਫਿਲ 'ਚ ਬੈਠ ਕੇ ਚੀਜ਼ਾਂ ਨੂੰ ਮਾਣ ਰਹੇ ਹਾਂ। ਸੋ ਉਸ ਤੋਂ ਬਿਨਾਂ ਕੈਨੇਡਾ ਦੇ ਕਵੀਆਂ ਦੇ ਕਵੀ ਦਰਬਾਰ, ਫਿਰ ਨਿਊਜ਼ੀਲੈਂਡ, ਜਰਮਨ, ਇਹਦੇ ਬਿਨਾਂ ਸਾਡੇ UK ਦੇ ਉਹ ਵੀ ਹੋ ਚੁੱਕੇ ਆ। ਸੋ ਇਸ ਤਰ੍ਹਾਂ ਆਨਲਾਈਨ ਪ੍ਰੋਗਰਾਮ ਜਿਹੜਾ ਆ ਉਹ ਹੁੰਦਾ ਆ। ਇਹਦੇ ਨਾਲ ਬੰਧਨਵਾਰ ਹਰ ਮਹੀਨੇ ਪ੍ਰੋਗਰਾਮ ਡਾਕਟਰ ਕੁਲਦੀਪ ਦੀਪ ਉਹਨੂੰ ਕਰਦੇ ਆਯੋਜਨ, ਤਾਂ ਉਹ ਵੀ ਸਾਡਾ ਪ੍ਰੋਗਰਾਮ ਚੱਲ ਰਿਹਾ। ਇਸ ਤੋਂ ਬਿਨਾਂ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਅਸੀਂ ਮਨਾਈ ਹੈਗੀ ਆ ਸ਼ਤਾਬਦੀ ਸਮਾਰੋਹ, ਹੁਣ ਬਾਬਾ ਵਾਰਿਸ ਹੋਰਾਂ ਦਾ ਜਿਹੜਾ ਵਾਰਿਸ ਸ਼ਾਹ ਜੀ ਦਾ, ਹਾਂਜੀ, ਉਹ ਅਸੀਂ ਕਰਨ ਜਾ ਰਹੇ ਹਾਂ। ਸੋ ਸਮੇਂ ਅਨੁਸਾਰ, ਔਰ ਸਭ ਤੋਂ ਵੱਡਾ ਜਿਹੜਾ ਸਾਡਾ ਬਣਦਾ ਫਰਜ਼ ਹੈ, ਅਕਾਦਮੀ ਦਾ ਫਰਜ਼ ਬਣਦਾ ਕਿ ਅਸੀਂ ਪੰਜਾਬੀ ਭਾਸ਼ਾ ਦੇ ਲਈ, ਪ੍ਰਫੁੱਲਤਾ ਦੇ ਲਈ ਕੰਮ ਕਰੀਏ। ਤਾਂ ਉਹ ਸਾਡਾ ਇੱਕੋ ਵੇਲੇ ਜਦੋਂ ਭਾਸ਼ਾ ਦਿਵਸ ਆਉਂਦਾ, ਹਫਤਾ, ਮਹੀਨਾ, ਸਾਡੇ ਇੱਕੋ ਵੇਲੇ ਇੱਕ ਦਿਨ ਦੇ ਵਿੱਚ 7-7, 8-8 ਪ੍ਰੋਗਰਾਮ ਸਕੂਲਾਂ 'ਚ, ਕਾਲਜਾਂ 'ਚ, ਅੱਡ ਥਾਵਾਂ ਦੇ ਉੱਤੇ ਹੋ ਰਹੇ ਹੁੰਦੇ ਆ। ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਕੋਈ ਵੀ ਚੀਜ਼ ਨੂੰ ਜੇਕਰ ਤੁਸੀਂ ਇੱਕ ਮੁੱਠੀ 'ਚ ਘੁੱਟ ਕੇ ਰੱਖੋਗੇ ਤਾਂ ਉਹ ਉੱਥੇ ਉਹਦੀ ਹੋਂਦ ਨਹੀਂ ਰਹਿਣੀ। ਸੋ ਅਸੀਂ ਸੋਚਦੇ ਕਿ ਉੱਜੜ ਜਾਓ, ਸਾਡੇ ਸ਼ਬਦ ਵੀ ਉੱਜੜ ਜਾਣ, ਅਸੀਂ ਵੀ ਉੱਜੜ ਜਾਈਏ, ਤੇ ਲੋਕ ਜਿਹੜੇ ਨੇ ਉਹ ਹਰ ਥਾਂ ਦੇ ਉੱਤੇ ਅਕਾਦਮੀ ਦੀ ਜਿਹੜੀ ਮਹਿਕ ਆ ਉਹ ਹੋਵੇ। ਸੋ ਉਹ ਜਿਹੜਾ ਸਕੂਲਾਂ 'ਚ, ਕਾਲਜਾਂ 'ਚ ਇੱਕੋ ਵੇਲੇ ਬਹੁਤ ਸਾਰੇ ਪ੍ਰੋਗਰਾਮ ਹੋ ਰਹੇ ਆ। ਔਰ ਸਭ ਤੋਂ ਖੂਬਸੂਰਤ ਇੱਕ ਹੋਰ ਪ੍ਰੋਗਰਾਮ ਸੀ ਜਿਹੜਾ ਅਸੀਂ 7 ਲੇਖਕ, 7 ਦਿਨ, 7 ਥਾਵਾਂ, 49 ਪ੍ਰੋਗਰਾਮ ਇੱਕ ਹਫ਼ਤੇ ਦੇ ਵਿੱਚ, ਔਰ ਉਹ ਵੀ ਬੜੇ ਖੂਬਸੂਰਤ। ਔਰ ਬਹੁਤ ਮਤਲਬ ਮੈਨੂੰ ਲੱਗਦਾ ਕਿ ਜੇ ਅਸੀਂ ਇਮਾਨਦਾਰੀ ਨਾਲ ਜਿਸ ਵੀ ਅਹੁਦੇ 'ਤੇ ਬੈਠੇ ਹਾਂ, ਜਾਂ ਕਹਿ ਲਓ ਕਿ ਇੱਕ ਤੁਹਾਡੇ ਕੋਲੇ ਸੁਭਾਵਕ ਆ ਕਿ ਤੁਸੀਂ ਅਗਵਾਈ ਕਰ ਰਹੇ ਹੋ ਇੱਕ ਸੰਸਥਾ ਦੀ, ਤਾਂ ਜੇ ਇਮਾਨਦਾਰੀ ਨਾਲ ਕੰਮ ਕਰੀਏ, ਉਹਦੇ ਨਾਲ ਨਿਆਂ ਕਰੀਏ, ਤਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ।
ਸੋ ਅਕਾਦਮੀ ਨੇ ਅਜੇ ਹੋਰ ਬਹੁਤ ਕੁਝ ਕਰਨਾ ਔਰ ਸਾਰੇ ਸਾਥੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਆ ਸਾਨੂੰ ਔਰ ਅਸੀਂ ਕੋਸ਼ਿਸ਼ ਕੀਤੀ ਆ ਕਿ ਉਹ ਲੇਖਕ ਜਿਨ੍ਹਾਂ ਦੇ ਨਾਲ ਕਹਿੰਦੇ ਹੁੰਦੇ ਆ ਕਿ ਜਿਵੇਂ ਸ਼੍ਰੀ ਰਾਮ ਅਰਸ਼ ਜੀ 'ਤੇ ਡਾਕੂਮੈਂਟਰੀ ਬਣਾਈ, ਜਸਬੀਰ ਭੁੱਲਰ ਜੀ 'ਤੇ ਡਾਕੂਮੈਂਟਰੀ ਬਣਾਈ, ਕਿ ਅਸੀਂ ਉਹਨਾਂ ਨੂੰ ਸਾਂਭੀਏ, ਆਪਣੇ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਸਾਡਾ ਬਹੁਤ ਵੱਡਾ ਯੋਗਦਾਨ ਪਾਇਆ ਸਾਹਿਤ ਦੇ ਵਿੱਚ, ਅਸੀਂ ਉਹਨੂੰ ਸਾਂਭੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਸ ਨੂੰ ਪੇਸ਼ ਵੀ ਕਰੀਏ। ਸੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਉਲੀਕੇ ਗਏ ਆ। ਉਹ ਐਗਜ਼ੈਕਟਿਵ ਦੇ ਵਿੱਚ ਹੁਣ ਜਦੋਂ ਵੀ ਸਰਕਾਰ ਵੱਲੋਂ ਕੋਈ ਬਜਟ ਆ ਜਾਊਗਾ ਤਾਂ ਅਸੀਂ ਔਰ ਇੱਕ ਖੂਬਸੂਰਤ ਗੱਲ ਇਹ ਮੈਨੂੰ ਲੱਗਦੀ ਹੁੰਦੀ ਹੈ ਕਿ ਅਸੀਂ ਸਹਿਯੋਗ ਲੈ ਲੈਂਦੇ ਹਾਂ। ਜਿਵੇਂ ਹੁਣ ਅਦਬੀ ਟਰਸਟ ਦਾ ਸਹਿਯੋਗ ਆ ਤਾਂ ਸਾਨੂੰ ਇਹ ਅਕੋਮੋਡੇਸ਼ਨ ਜਿਹੜੀ ਆ ਬੜੀ ਸੋਹਣੀ ਆ ਔਰ ਇੱਥੇ ਅਸੀਂ ਪ੍ਰੋਗਰਾਮ ਕਰਨ ਯੋਗ ਹੋਏ ਆ। ਸੋ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਅਸੀਂ ਅਕਾਦਮੀ ਦੇ ਨਾਲ ਜੁੜ ਕੇ ਕੰਮ ਕਰੀਏ ਔਰ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਸਾਨੂੰ ਫੋਨ ਆਉਂਦੇ, ਸਾਨੂੰ ਮੈਂਬਰ ਬਣਾ ਲਓ, ਸਾਨੂੰ ਵਿੱਚ ਸ਼ਾਮਲ ਕਰ ਲਓ। ਸੋ ਸਮੇਂ ਦੇ ਅਨੁਸਾਰ ਆਪਣੀ ਕਹਿ ਲਓ ਕਿ ਉਹਦੇ ਅਨੁਸਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਾ ਜਿਹੜਾ ਆ ਇਸ ਨੂੰ ਇੱਕ ਇਤਿਹਾਸ ਸਿਰਜਿਆ ਜਾਵੇ। ਇਹਦੀਆਂ ਪੈੜਾਂ ਜਿਹੜੀਆਂ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਵੀ ਰਾਹ ਦਸੇਰਾ ਹੋਣ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਤੁਹਾਡਾ ਸਾਰਿਆਂ ਦਾ ਨੂੰ ਜੀ ਆਇਆਂ ਆਖਦੀ ਹਾਂ, ਨਿੱਘਾ ਸਵਾਗਤ ਕਰਦੀ ਹਾਂ ਔਰ ਉਮੀਦ ਆ ਕਿ ਇਹ ਜਿਹੜਾ ਪ੍ਰੋਗਰਾਮ ਹੈ, ਕਿਉਂਕਿ ਪਿਛਲਾ ਵੀ ਸਾਡਾ ਪ੍ਰੋਗਰਾਮ ਜਿਹੜਾ ਸੀ ਸਿਰਜਣ ਪ੍ਰਕਿਰਿਆ ਬੜਾ ਕਾਮਯਾਬ ਹੋਇਆ ਸੀ ਔਰ YouTube ਦੇ ਉੱਤੇ ਪਿਆ ਆ। ਔਰ ਸਭ ਤੋਂ ਵੱਧ ਇਸ ਪ੍ਰੋਗਰਾਮ ਦੀ ਜੇਕਰ ਕਹਿ ਲਓ ਕਿ ਇਹਨੂੰ ਲੰਮੇ ਸਮੇਂ ਤੱਕ ਲੈ ਕੇ ਜਾਣਾ ਤੇ ਉਹਦੇ ਲਈ ਸਾਡਾ ਵੀਰ ਅਮਰ ਘੋਲੀਆ ਜਿਹੜਾ ਹਮੇਸ਼ਾ ਸਾਡੇ ਨਾਲ ਹੁੰਦਾ ਔਰ ਕਿੰਨੇ ਰੁਝੇਵਿਆਂ ਦੇ ਵਿੱਚੋਂ ਮਤਲਬ ਕਹਿ ਲਓ ਕਿ ਪਤਾ ਨਹੀਂ ਮੈਨੂੰ ਆਦਤ ਆ, ਮੈਂ ਦਬਕਾ ਵੀ ਮਾਰ ਲੈਂਦੀ, ਨਹੀਂ ਅਮਰ ਆਉਣਾ ਹੀ ਆ, ਤੂੰ ਪਹੁੰਚਣਾ ਹੀ ਆ। ਸੋ ਇਸ ਨੇ ਬਹੁਤ ਸੋਹਣੀ ਡਾਕੂਮੈਂਟੇਸ਼ਨ ਕਰਦੇ ਆ। ਇਹਨਾਂ ਦੇ ਰਿਸੋਰਸਿਸ ਭਾਵੇਂ ਸੀਮਤ ਹੋਣਗੇ ਪਰ ਇਹਨਾਂ ਦਾ ਕੰਮ ਬੜਾ ਉੱਚ ਪਾਏ ਦਾ ਹੁੰਦਾ। ਡਾਕੂਮੈਂਟਰੀਜ਼ ਬਣਾਉਣ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਔਰ ਮੈਨੂੰ ਲੱਗਦਾ ਕਿ ਸਾਡੇ ਚੇਤਿਆਂ 'ਚ ਤਾਂ ਇਹ ਪ੍ਰੋਗਰਾਮ ਰਹੂਗਾ। ਉਹਦੇ ਨਾਲ ਇਹ ਜਿਹੜਾ YouTube ਦੇ ਉੱਤੇ ਆਨਲਾਈਨ ਵੀ ਇਹ ਜਦੋਂ ਪਿਆ ਹੋਊਗਾ ਪ੍ਰੋਗਰਾਮ ਅਕਾਦਮੀ ਦੀ ਵੈਬਸਾਈਟ ਦੇ ਉੱਤੇ ਵੀ, ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਯਾਦ ਰੱਖਾਂਗੇ। ਔਰ ਜਿਹੜੀ ਸਭ ਤੋਂ ਵੱਡੀ ਗੱਲ ਉਹ ਇਹ ਹੈ ਕਿ ਅਸੀਂ ਕਵਿਤਾ ਸੁਣਦੇ ਹਾਂ ਅਤੇ ਗੱਲ ਖਤਮ ਹੋ ਜਾਂਦੀ ਹੈ, ਤਾੜੀਆਂ ਮਾਰ ਦਿੰਦੇ, ਕਹਾਣੀ ਸੁਣਦੇ ਉਹਦੇ ਬਾਰੇ ਗੱਲ ਕਰਦੇ ਹਾਂ ਅਤੇ ਗੱਲ ਖਤਮ ਹੋ ਜਾਂਦੀ ਹੈ। ਪਰ ਅਸੀਂ ਲੇਖਕ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰੀਏ ਕਿ ਉਹ ਕਿਸ ਮਾਹੌਲ ਦੇ ਵਿੱਚ ਕਿਹੜੀਆਂ ਉਹ ਗੱਲਾਂ ਸੀ ਜਿਹਦੇ ਨਾਲ ਉਹਨੂੰ ਲੱਗਾ ਕਿ ਮੈਂ ਆਹ ਗੱਲ ਲਿਖਾਂ, ਅਤੇ ਅਸੀਂ ਉਹ ਗੱਲਾਂ ਨੂੰ ਫੜਨ ਦੀ ਵੀ ਕੋਸ਼ਿਸ਼ ਕਰਾਂਗੇ। ਤਾਂ ਉਹਦੇ ਨਾਲ ਇੱਕ ਤਰ੍ਹਾਂ ਨਾਲ ਇਹ ਕ੍ਰੀਏਟੀਵਿਟੀ ਵੀ ਸਾਂਭੀ ਵੀ ਜਾਂਦੀ ਹੈ ਅਤੇ ਨਾਲ ਦੇ ਨਾਲ ਅਗਾਂਹ ਵੀ ਬੱਚਿਆਂ ਨੂੰ ਜਿਨ੍ਹਾਂ ਨੇ ਲਿਖਣਾ ਹੈਗਾ ਉਹਨਾਂ ਦੇ ਵੀ ਇਹ ਕੰਮ ਆਊਗੀ। ਛੋਟੀਆਂ ਛੋਟੀਆਂ ਖੂਬਸੂਰਤ ਗੱਲਾਂ। ਨਿੱਕੀ ਜਿਹੀ ਉਦਾਹਰਨ ਹੈ ਕਿ ਥੋੜ੍ਹੇ ਦਿਨ ਪਹਿਲਾਂ ਮੈਂ ਚਾਹ ਪੀਣ ਲੱਗੀ ਸੀ ਅਤੇ ਸੈਪਰੇਟ ਟੀ ਬਣਾਉਣੀ ਸੀ ਅਤੇ ਮੈਂ ਉਹ ਜਦਾ ਡਿਪ ਉਹਨੂੰ ਗਰਮ ਪਾਣੀ ਦੇ ਵਿੱਚ ਪਾਇਆ ਅਤੇ ਮੇਰੇ ਮਨ 'ਚ ਖਿਆਲ ਆਇਆ ਕਿ ਔਰਤ ਵੀ ਚਾਹ ਪੱਤੀ ਵਰਗੀ ਹੁੰਦੀ ਹੈ ਅਤੇ ਬੜੀ ਖੂਬਸੂਰਤ ਕਵਿਤਾ ਉਹ ਬਣ ਗਈ। ਸੋ ਕਹਿਣ ਦਾ ਭਾਵ ਇਹ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਵੀ ਪਛਾਣਨ ਦੀ ਕੋਸ਼ਿਸ਼ ਕਰੀਏ ਜਿਹੜੇ ਉਹ ਕਾਰਨ ਬਣਦੇ ਨੇ ਲਿਖਣ ਦਾ, ਉਹ ਸੋਚ ਦਾ, ਉਹ ਵਿਚਾਰ ਦਾ, ਉਹ ਦ੍ਰਿਸ਼ਟੀ ਦਾ। ਸੋ ਇਸ ਕਰਕੇ ਅਸੀਂ ਇਹ ਪ੍ਰੋਗਰਾਮ ਜਿਹੜਾ ਉਸ ਦਾ ਆਯੋਜਨ ਕਰ ਰਹੇ ਹਾਂ ਅਤੇ 3 ਦਿਨ ਇਹ ਪ੍ਰੋਗਰਾਮ ਚੱਲੇਗਾ। ਅੱਡ ਸਮੇਂ ਦੇ ਵਿੱਚ ਅਸੀਂ ਸਲੋਟਸ 'ਚ ਇਹਨੂੰ ਰਿਕਾਰਡਿੰਗ ਵੀ ਕਰਾਂਗੇ ਔਰ ਅਸੀਂ ਆਪਸ 'ਚ ਗੱਲਾਂ ਵੀ ਕਰਾਂਗੇ, ਚਿੰਤਨ ਮੰਥਨ। ਸੋ ਤੁਹਾਡਾ ਸਾਰਿਆਂ ਨੂੰ ਜੀ ਆਇਆਂ ਅਤੇ ਮੈਨੂੰ ਲੱਗਦਾ ਹੈ ਕਿ ਤਾਂ ਉਮਰ ਅਸੀਂ ਹੱਸਦੇ ਵਸਦੇ ਖੇਡਦੇ ਅਤੇ ਉੱਜੜ ਜਾਈਏ। ਬਹੁਤ ਸ਼ੁਕਰੀਆ। ਅਸੀਂ ਸਾਡੇ ਮਨ 'ਚ ਜਿਸ ਵੇਲੇ ਪ੍ਰੋਗਰਾਮ ਦੀ ਰੂਪਰੇਖਾ ਬਣਾ ਰਹੇ ਸੀ ਅਸ਼ੋਕ ਜੀ, ਤਾਂ ਮੰਟੋ ਗੂੰਜਿਆ, ਮੰਟੋ ਤੇ ਕੇਸ ਵੀ ਚੱਲੇ, ਅਸ਼ਲੀਲ ਇਹ। ਮੰਟੋ ਕਹਿੰਦਾ ਜੇ ਸਮਾਜ ਨੂੰ ਸਮਝਣਾ ਹੈ ਤਾਂ ਮੇਰੇ ਅਫਸਾਨੇ ਪੜ੍ਹੋ, ਤੇ ਜੇ ਮੇਰੇ ਅਫਸਾਨੇ ਤੁਹਾਨੂੰ ਬੁਰੇ ਲੱਗਦੇ ਆ ਤਾਂ ਸਮਝੋ ਇਹ ਸਮਾਜ ਨਾ ਕਾਬਲੇ ਬਰਦਾਸ਼ਤ ਹੈ, ਇਹ ਸੋਸਾਇਟੀ ਬਰਦਾਸ਼ਤ ਕਰਨ ਦੇ ਕਾਬਲ ਨਹੀਂ ਹੈ। ਤਾਂ ਉਹ ਜਿਹੜਾ ਰਾਈਟਰ ਦਾ ਹਲਫੀਆ ਬਿਆਨ ਸੀ, ਉਹ ਬਿਆਨ ਔਰ ਉਹਨਾਂ ਬਿਆਨਾਂ ਦੀ ਸਿਧਾਂਤ ਕੀ ਹੈ, ਉਹ ਲੋ ਕਿਵੇਂ ਸਾਡੇ ਕੰਮ ਆ ਸਕਦੀ ਆ, ਕ੍ਰੀਏਟਿਵ ਰਾਈਟਰ ਦੇ ਕਿਵੇਂ ਕੰਮ ਆ ਸਕਦੀ ਆ, ਆਲੋਚਨਾ ਨੇ ਜਿਵੇਂ ਪੁਲ ਬਣਨਾ ਹੁੰਦਾ ਉਹਨਾਂ ਦੇ ਕਿਵੇਂ ਕੰਮ ਆ ਸਕਦੀ ਹੈ। ਸੋ ਉਹ ਕ੍ਰੀਏਟਿਵ ਪ੍ਰੋਸੈਸ ਬਾਰੇ ਦੱਸਣਾ ਜਿਹੜਾ ਬਹੁਤ ਆਪਣੇ ਆਪ ਦੇ ਵਿੱਚ ਮਹੱਤਵ ਪੂਰਨ ਹੋ ਜਾਂਦਾ ਆ।
ਅਸੀਂ 3 ਰਾਈਟਰਸ ਦਾ ਕ੍ਰੀਏਟਿਵ ਪ੍ਰੋਸੈਸ ਸਾਡੇ ਸੀਨੀਅਰ ਸ੍ਰੀ ਰਾਮ ਅਰਸ਼ ਜੀ, ਨਿੰਦਰ ਘੁਗਿਆਣਵੀ ਔਰ ਦੀਪਤੀ ਬਬੂਟਾ ਹੋਰਾਂ ਦਾ ਇਸ ਪੈਨਲ 'ਚ ਰੱਖਾਂਗੇ। ਬਟ ਉਹਦੇ ਤੋਂ ਪਹਿਲਾਂ ਇਹਦੇ ਜਿਹੜੇ ਸਿਧਾਂਤਕੀ ਮਹੱਤਵ ਆਪਣੇ ਲੰਬੇ ਐਕਸਪੀਰੀਅੰਸ ਦੇ ਵਿੱਚੋਂ, ਕਦੇ ਸਮਿਓਟਿਕਸ ਪੜ੍ਹਾ ਰਿਹਾ ਹੈ, ਕਦੇ ਕਹਾਣੀ 'ਤੇ ਕੰਮ ਕਰਵਾ ਰਿਹਾ ਹੈ, ਕਦੇ ਮੈਥ 'ਤੇ, ਕਦੇ ਲੈਂਗੁਏਜ 'ਤੇ। ਸੋ ਉਸ ਸਾਰੇ ਐਕਸਪੀਰੀਅੰਸ 'ਚੋਂ ਪ੍ਰੋਫੈਸਰ ਰਵੇਲ ਸਿੰਘ ਹੋਰਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਉਹ ਇੱਕ ਜਿਹੜਾ ਚੰਦੋਆ ਜਿਹਾ ਬਣਦਾ ਹੈ ਰਾਈਟਰ ਦੇ ਕ੍ਰੀਏਟਿਵ ਪ੍ਰੋਸੈਸ ਦਾ, ਉਹ ਥੋੜ੍ਹਾ ਜਿਹਾ ਸਾਡੇ ਨਾਲ ਸਾਂਝਾ ਕਰ। ਥੈਂਕ ਯੂ। ਅਦਬੀ ਦੋਸਤੋ, ਮੈਂ ਸੋਚਦਾ ਕਿ ਕੋਈ ਫਾਰਮਲ ਨਾ ਬੋਲਿਆ ਜਾਵੇ, ਹੈ ਨਾ, ਗੱਲਾਂ ਹੀ ਕੀਤੀਆਂ ਜਾਣ। ਮੈਂ ਬਹੁਤ ਘੱਟ ਕ੍ਰੀਏਟਿਵ ਰਾਈਟਿੰਗ ਕਰਦਾ, ਬਹੁਤਾ ਕੰਮ ਆਲੋਚਨਾ ਦਾ, ਕਿਉਂਕਿ ਜਿੱਥੇ ਜਿਸ ਤਰ੍ਹਾਂ ਦੇ ਕਸਬ 'ਚ ਬੰਦਾ ਪਾ ਜਾਂਦਾ ਉਸ ਤਰ੍ਹਾਂ ਦਾ ਹੋ ਜਾਂਦਾ। ਮੈਨੂੰ ਸੱਚੀ ਮੁੱਚੀ ਨਹੀਂ ਸੀ ਪਤਾ ਕਿ ਮੈਂ ਇੱਦਾਂ ਦਾ ਕੁਛ ਸਿਧਾਂਤਕ ਗੱਲ ਕਰਨੀ ਹੈ, ਪਰ ਹੁਣ ਬੈਠਿਆਂ 2-3 ਮਿੰਟ 'ਚ ਜੋ ਸੋਚਿਆ, ਉਹ 'ਚੋਂ ਕੁਛ ਗੱਲਾਂ ਮੈਨੂੰ ਜਿਹੜੀਆਂ ਆਪਣੇ ਐਕਸਪੀਰੀਅੰਸ 'ਚੋਂ ਯਾਦ ਆਉਂਦੀਆਂ, ਕੁਛ ਲੇਖਕਾਂ ਦੇ ਸੰਬੰਧ ਵਿੱਚ, ਵੱਡੇ ਲੇਖਕਾਂ ਦੇ ਸੰਬੰਧ ਵਿੱਚ ਯਾਦ ਆਉਂਦੀਆਂ, ਕੁਛ ਕਰਦੇ ਆ। ਮੈਂ ਅੱਜ ਕੱਲ੍ਹ ਇੱਕ ਨਾ ਕਿਤਾਬ 'ਤੇ ਕੰਮ ਕਰ ਰਿਹਾ। ਇੱਕ ਰਾਜਸਥਾਨ ਦੇ ਬਹੁਤ ਵੱਡੇ ਫੋਕਲੋਰਿਸਟ ਹੈ ਔਰ ਥੀਏਟਰਿਸਟ ਹੈ, ਅਰਜੁਨ ਦੇਵ ਚਾਰਨ। ਉਹਨਾਂ ਨੇ ਇੱਕ ਕੰਮ ਕੀਤਾ ਪੰਚਮ ਵੇਦ ਦੇ ਨਾਂ 'ਤੇ। ਉਹ ਅਸਲ 'ਚ ਹੈਗਾ ਜਿਹੜਾ ਨਾਟਯ ਸ਼ਾਸਤਰ ਹੈ, ਉਹਦੀ ਵਿਆਖਿਆ ਕਰ ਰਿਹਾ। ਅਤੇ ਮੈਂ ਉਹਨਾਂ ਦਾ ਨਾਲ ਥੋੜ੍ਹਾ ਜਿਹਾ ਬਹੁਤਾ ਕੁਛ ਮੈਂ ਵੀ ਕੰਮ ਕੀਤਾ ਉਹਨਾਂ ਨਾਲ, ਜੋ ਕੁਛ ਕਰ ਵੀ ਰਿਹਾ ਕਿ ਉਹਨੂੰ ਪੰਜਾਬੀ 'ਚ ਵੀ ਕਰੀਏ। ਉਹਦੇ ਵਿੱਚੋਂ ਮੈਂ ਹੁਣ ਕੋਈ ਸੋਚ ਰਿਹਾ ਸੀ ਤਾਂ ਮੈਨੂੰ ਸਮਝ ਆ ਰਹੀ ਸੀ ਕਿ ਕ੍ਰੀਏਟਿਵ ਪ੍ਰੋਸੈਸ ਹੁੰਦਾ ਕੀ ਹੈ ਨਾ। ਉਹ ਜਦੋਂ ਬੋਲਿਆ ਨਾ ਭਰਤ ਮੁਨੀ, ਉਹ ਕਹਿੰਦਾ ਕਿ ਮੈਨੂੰ ਬ੍ਰਹਮਾ ਨੇ ਬੁਲਾਇਆ ਅਤੇ ਉਹਨੇ ਕਿਹਾ ਵੀ ਕੋਈ ਇਸ ਤਰ੍ਹਾਂ ਦੀ ਰਚਨਾ ਕਰ। ਉਹ ਅੱਗੇ ਗੱਲ ਫਿਰ ਆਈ। ਮੈਨੂੰ ਲੱਗਦਾ ਕਿ ਜਿਹੜਾ ਲਿਖਣਾ ਉਹ ਕੁਛ ਇਸ ਤਰ੍ਹਾਂ ਦਾ ਹੁੰਦਾ ਕਿਉਂਕਿ ਉਹ ਦੈਵੀ ਗੱਲਾਂ ਨੇ ਭਾਵੇਂ, ਪਰ ਉਹਦੇ ਵਿੱਚ ਦੁਨਿਆਵੀ ਗੱਲਾਂ ਨਾਲ ਲੱਭ ਜਾਂਦੀਆਂ। ਉਹਦੇ ਵਿੱਚ ਕੁਛ ਸਾਇੰਸ ਹੁੰਦੇ ਆ। ਜਿਵੇਂ ਅਸੀਂ ਕਹਿੰਦੇ ਹਾਂ ਕਿ ਸਾਡੀ ਭਾਰਤੀ ਪਰੰਪਰਾ ਵਿੱਚ ਬ੍ਰਹਮਾ ਕ੍ਰੀਏਟਰ ਹੈ, ਵਿਸ਼ਨੂੰ ਸੰਚਾਲਕ ਹੈ ਅਤੇ ਸ਼ਿਵ ਜਿਹੜਾ ਉਹ ਨਿਆਰਕ ਹੈ। ਪਰ ਉਹ ਸਾਈਕਲ ਹੈ ਨਾ, ਵਿਨਾਸ਼ ਦੇ ਨਾਲ ਫਿਰ ਕ੍ਰੀਏਟਿਵਿਟੀ ਹੈ। ਉਹ ਕਹਿੰਦਾ ਕਿ ਮੈਨੂੰ ਬ੍ਰਹਮਾ ਨੇ ਬੁਲਾਇਆ, ਔਰ ਉਹਨੇ ਜਦੋਂ ਬ੍ਰਹਮਾ ਕਹਿ ਰਿਹਾ ਮੈਨੂੰ ਕਿ ਲਿਖਦੇ, ਉਹ ਕਹਿੰਦਾ ਕਿ ਮੇਰੇ ਕੋਲ ਦੇਵਤਿਆਂ ਦਾ ਇੱਕ ਅਪੀਲ ਹੈ, ਉਹਦੇ ਉਸ ਕਰਕੇ ਲਿਖਣਾ। ਅਤੇ ਉਹ ਦੇਵਤੇ ਇਹ ਕਹਿ ਰਹੇ ਆ ਕਿ ਇੱਕ ਸਮਾਂ ਹੈ, ਵੀਕਲੀ, ਜਿੱਦਾਂ ਵੀਕ ਹੁੰਦਾ ਇਸ 'ਤੇ ਇੱਕ ਸਮਾਂ ਆਉਂਦਾ ਹਰ ਮਹੀਨੇ ਦੇ ਵਿੱਚ 2-3 ਵਾਰ, ਜਦੋਂ ਵੇਦਾਂ ਦਾ ਅਧਿਐਨ ਨਹੀਂ ਕਰਨਾ ਹੁੰਦਾ। ਅਣਅਧਿਆਤਾ ਉਹਨੂੰ ਕਿਹਾ, ਉਹਨੇ ਅਣਅਧਿਆਤਾ ਸਮਾਂ ਭਰਤ ਮੁਨੀ ਕਹਿ ਰਿਹਾ ਕਿ ਉਹ ਸਮਾਂ ਆ। ਉਸ ਸਮੇਂ ਵਿੱਚ ਕਹਿੰਦੇ ਆ ਕਿ ਅਸੀਂ ਕੀ ਕਰੀਏ, ਦੇਵਤੇ ਕਹਿ ਰਹੇ। ਹੁਣ ਇਹ ਕਿ ਜਿਹੜਾ ਵੇਦਾਂ ਨੂੰ ਪੜ੍ਹਨ ਦਾ, ਅਧਿਐਨ ਕਰਨ ਦਾ ਸਮਾਂ ਹੈ, ਉਹ ਜੀਵਨ ਨੂੰ ਪੜ੍ਹਨ ਦਾ ਸਮਾਂ ਜਿਵੇਂ ਮੈਨੂੰ ਲੱਗਦਾ ਹੈ ਨਾ, ਕਿ ਉਹ ਜੀਵਨ ਨੂੰ ਪੜ੍ਹਨ ਦਾ, ਜੀਵਨ 'ਚ ਵਿਚਰਨ ਦਾ, ਗੁਜ਼ਰਨ ਦਾ ਉਹ ਸਮਾਂ। ਅਤੇ ਹੁਣ ਜਿਹੜਾ ਉਹ ਜਦੋਂ ਬੰਦੇ ਦਾ ਮਨ ਵਿਹਲਾ ਹੁੰਦਾ ਹੈ, ਮਨ ਖਾਲੀ ਹੁੰਦਾ ਹੈ, ਉਦੋਂ ਕ੍ਰੀਏਟਿਵ ਪ੍ਰੋਸੈਸ ਲੱਭ ਰਿਹਾ ਉਸ ਵੇਲੇ ਕਿ ਅਸੀਂ ਉਸ ਵੇਲੇ ਕੀ ਕਰੀਏ। ਅਤੇ ਭਰਤ ਮੁਨੀ ਦੀ ਡਿਊਟੀ ਲੱਗਦੀ ਹੈ ਕਿ ਤੂੰ ਯਾਰ ਇਹਨਾਂ ਨੂੰ ਦੱਸ ਪਏ ਨਹੀਂ ਇਸ ਵੇਲੇ ਕੀ ਕਰਨਾ। ਅਤੇ ਉਹ ਫਿਰ ਜਿਹੜੇ ਪ੍ਰੋਸੈਸ ਵਿੱਚ ਉਹ ਦੱਸ ਰਿਹਾ ਨਾ, ਉਹ ਕਹਿੰਦਾ ਕਿ ਬ੍ਰਹਮਾ ਦੇ 10 ਪੁੱਤਰ ਮਾਨਸ ਪੁੱਤਰ ਹੈ। ਹੁਣ ਇੱਕ ਬੜਾ ਵੱਡਾ ਸਟਰਕਚਰ ਹੈ ਉੱਥੇ ਜਿਹੜਾ ਹਿੰਦੂ ਮੈਥੋਲੋਜੀ ਦੇ ਵਿੱਚ, ਕਿ ਬ੍ਰਹਮਾ ਦੇ ਨਾਲ ਅੱਗੇ 10 ਉਹਦੇ ਪੁੱਤਰ ਹੈ, ਫਿਰ ਅੱਗੇ ਦੇਵੀ ਦੇਵਤੇ 33 ਕਰੋੜ ਹੈ। ਉਹ ਜਿਹੜੇ ਪੁੱਤਰ ਹੈ ਉਹ ਵਿੱਚ ਵਾਲੇ ਜਿਹੜੇ ਆ ਉਹ ਇੱਕ ਤਰ੍ਹਾਂ ਵਿਚੋਲੇ ਦਾ ਕੰਮ ਕਰਦੇ, ਕਿਉਂਕਿ ਬ੍ਰਹਮਾ ਜਿਹੜਾ ਆਪ, ਜਿਵੇਂ ਅੱਜ ਕੱਲ੍ਹ ਦਾ ਸਟਰਕਚਰ ਹੈ, ਸਟੇਟ ਦਾ ਸਟਰਕਚਰ ਹੁੰਦਾ, ਉਹ ਸਟੇਟ ਦੇ ਸਟਰਕਚਰ ਵਾਂਗ ਜਿਹੜੇ ਉਹ ਜਿਹੜੇ ਮਾਨਸ ਪੁੱਤਰ ਹੈ ਉਹ ਅੱਗੇ ਫਿਰ ਸੰਚਾਲਨ ਸਾਰਾ ਉਹਨਾਂ ਦਾ ਹੈ। ਉਹ ਮਤਲਬ ਕ੍ਰੀਏਟਿਵਿਟੀ ਦਾ ਜਿਹੜਾ ਪ੍ਰੋਸੈਸ ਹੈ ਕ੍ਰੀਏਸ਼ਨ ਦਾ, ਉਹਨਾਂ ਦੇ ਥਰੂ ਹੁੰਦਾ। ਅਤੇ ਉਹ ਵਿੱਚੋਂ ਸਾਰੇ ਪੁੱਤਰਾਂ ਦੇ ਨਾਂ ਵੀ ਦੱਸਦਾ ਹੈ, ਅਤੇ ਕਿਵੇਂ ਉਹ ਇੱਕ ਪੁੱਤਰ ਨੂੰ ਬੁਲਾਉਂਦਾ ਹੈ ਭਰਤ ਮੁਨੀ ਨੂੰ, ਤਾਂ ਉਹ ਦੱਸਦਾ ਕਿ ਬ੍ਰਹਮਾ ਇਹ ਚਾਹੁੰਦੇ ਨੇ। ਅਤੇ ਉਹਦੇ ਵਿੱਚ ਫਿਰ ਉਹ ਖਾਸ ਕਰਕੇ ਸਭ ਤੋਂ ਪਹਿਲਾਂ ਲਾਈਟ ਦਾ, ਰੋਸ਼ਨੀ ਕਿਵੇਂ ਪੈਦਾ ਹੁੰਦੀ ਹੈ ਨਾ। ਰੋਸ਼ਨੀ ਕ੍ਰੀਏਟਿਵਿਟੀ ਹੈ। ਇੱਕ ਪੁੱਤਰ ਦਾ ਨਾਂ ਅਤਰੇ ਹੈ, ਜਿਹੜਾ ਮਾਨਸ ਪੁੱਤਰ ਅਤਰੇ ਆ, ਉਹ ਸਭ ਤੋਂ ਪਹਿਲਾਂ ਅਤਰੇ ਨੂੰ ਬੁਲਾਉਂਦਾ। ਭਰਤ ਮੁਨੀ ਕਹਿੰਦਾ ਕਿ ਮੈਨੂੰ ਜੇ ਮੈਂ ਕੁਛ ਕਰਨਾ ਤਾਂ ਮੇਰੇ ਕੋਲ ਗਿਆਨ ਹੋਣਾ ਚਾਹੀਦਾ,
ਕਿ ਮੈਂ ਕਿੱਦਾਂ ਲਿਖੂੰਗਾ। ਤੇ ਉਹ ਫਿਰ ਵਰਤਮੁਨੀ ਚੱਲ ਕੇ ਅਤਰੇ ਕੋਲ ਜਾਂਦਾ, ਕਿਉਂਕਿ ਉਹ ਬੁਲਾ ਨਹੀਂ ਸਕਦਾ ਉਹਨੂੰ। ਵਰਤਮੁਨੀ 3rd ਪੋਜੀਸ਼ਨ 'ਤੇ ਹੈ, 2nd ਪੋਜੀਸ਼ਨ 'ਤੇ 10 ਮਾਨਸ ਪੁੱਤਰ ਪਏ। ਉਹ ਅਤਰੇ ਕੋਲ ਜਾਂਦਾ ਹੈ ਅਤੇ ਉਹਨੂੰ ਕਹਿੰਦਾ ਹੈ ਕਿ ਮੈਨੂੰ ਗਿਆਨ ਜਾਂ ਰੋਸ਼ਨੀ ਦੇ, ਰੋਸ਼ਨੀ ਕਹਿੰਦਾ ਮੈਨੂੰ। ਅਤੇ ਉਹ ਫਿਰ ਸੂਰਜ ਅਤੇ ਚੰਦਰਮੇ ਨੂੰ ਬੁਲਾਉਂਦਾ, ਦੋ ਦੇਵਤੇ ਆ ਸਾਰੇ। ਉਹ ਜਿਹੜਾ ਸੂਰਜ ਅਤੇ ਚੰਦਰਮੇ ਨੂੰ ਬੁਲਾਉਂਦਾ ਔਰ ਉਹਨਾਂ ਨੂੰ ਕਹਿੰਦਾ ਵੀ ਇੱਧਰ ਦਇਆ ਕਰੋ। ਅਤੇ ਉਹ ਫਿਰ ਕਹਿੰਦਾ ਵੀ ਨਹੀਂ, ਗੱਲ ਨਹੀਂ ਬਣੀ। ਵਰਤਮੁਨੀ ਕਹਿੰਦਾ ਕਿ ਨਹੀਂ ਹੈ। ਫਿਰ ਉਹ ਅਤਰੇ ਜਿਹੜਾ ਆਪਣੀ ਸ਼ਕਤੀ ਨਾਲ ਉਸ ਸੂਰਜ ਦਾ ਪ੍ਰਕਾਸ਼ ਤੇਜ਼ ਕਰਦਾ ਹੈ, ਚੰਦਰਮੇ ਦਾ ਪ੍ਰਕਾਸ਼ ਤੇਜ਼ ਕਰਦਾ, ਜਿਹੜਾ ਉਹਦੇ ਫਿਰ ਡਾਇਰੈਕਟ ਉਹਨੂੰ ਹਿੱਟ ਕਰਦਾ। ਅਤੇ ਫਿਰ ਉਹ ਵਰਤਮੁਨੀ ਜਿਹੜਾ ਨਾਟਯ ਸ਼ਾਸਤਰ ਦੀ ਰਚਨਾ ਕਰਦਾ ਹੈ, ਪੰਚਮ ਵੇਦ ਦੀ ਰਚਨਾ ਕਰਦਾ। ਹੁਣ ਇਹਦੇ ਵਿੱਚ ਸਾਰਾ ਕ੍ਰੀਏਟਿਵ ਪ੍ਰੋਸੈਸ ਇੰਨੀ ਗੱਲ 'ਚ ਮੈਨੂੰ ਲੱਗਦਾ ਹੈ ਕਿ ਪਿਆ ਕਿ ਉਹਨੇ ਗਿਆਨ ਕਿੱਥੋਂ ਲੈਣਾ, ਹੈ ਨਾ। ਅਤਰੇ ਦਾ ਮਤਲਬ ਅੱਖਿਆ, ਹੈ ਨਾ। ਅਤਰੇ ਜਿਹੜੇ ਅਤਰੀ ਬਣੇ ਸਾਰੇ ਉੱਥੇ ਅਤਰੇ ਤੋਂ ਬਣੇ। ਮੈਂ ਜਦੋਂ ਇਸ ਪ੍ਰੋਸੈਸ ਨੂੰ ਵੇਖਦਾ ਅਤੇ ਫਿਰ ਮੇਰੇ ਕਿਉਂਕਿ ਮੇਰਾ ਜਦੋਂ ਮੈਂ ਤਾਂ ਬੜੇ ਛੋਟੇ ਜਿਹੇ ਪਿੰਡ 'ਚੋਂ ਰਹਿਣ ਵਾਲਾ, ਜਿੱਥੇ ਮੈਂ ਯੂਨੀਵਰਸਿਟੀ ਨੇ ਪੜ੍ਹਿਆ। ਯੂਨੀਵਰਸਿਟੀਆਂ 'ਚ ਪੜ੍ਹਿਆਂ ਦੇ ਜਿਹੜੇ ਸਟੂਡੈਂਟਸ ਹੁੰਦੇ ਉਹਨਾਂ ਕੋਲ ਬਹੁਤ ਵੱਡਾ ਐਕਸਪੋਜਰ ਹੁੰਦਾ ਹੈ ਲੇਖਕਾਂ ਨਾਲ, ਵਿਦਵਾਨਾਂ ਨਾਲ। ਅਸੀਂ ਤਾਂ ਗੌਰਮੈਂਟ ਕਾਲਜ ਟਾਂਡਾ ਅਤੇ ਵੱਧ ਤੋਂ ਵੱਧ ਖਾਲਸਾ ਕਾਲਜ ਜਲੰਧਰ ਪੜ੍ਹੇ, ਜਿੱਥੇ ਕੋਈ ਲੇਖਕ ਵੇਖਿਆ ਹੀ ਨਹੀਂ ਸੀ ਕਦੇ। ਅਤੇ ਜਦੋਂ ਮੈਂ ਦਿੱਲੀ ਗਿਆ ਅਤੇ ਮੇਰੇ ਵਾਸਤੇ ਮੈਂ ਪੰਜਾਬੀ ਅਕੈਡਮੀ ਜੋ ਪਹਿਲਾਂ ਰੇਡੀਓ 'ਤੇ ਨੌਕਰੀ ਕੀਤੀ, ਫਿਰ ਪੰਜਾਬੀ ਅਕੈਡਮੀ ਜਦੋਂ ਜੁਆਇਨ ਕੀਤੀ ਅਤੇ ਉੱਥੇ ਗਵਰਨਿੰਗ ਬੋਡੀ ਦੇ ਮੈਂਬਰ ਸੀ ਸਾਰੇ। ਉਸ ਵੇਲੇ ਦਿੱਲੀ ਸੈਂਟਰ ਸੀ ਲੇਖਕਾਂ ਦਾ। ਅੰਮ੍ਰਿਤਾ ਪ੍ਰੀਤਮ ਉੱਥੇ ਸੀ, ਹਰਭਜਨ ਸਿੰਘ ਸੀ, ਗਾਰਗੀ ਸੀ, ਪ੍ਰਭਜੋਤ ਕੌਰ ਸੀ, ਅਜੀਤ ਕੌਰ ਸੀ, ਮਹਿੰਦਰ ਸਿੰਘ ਜੋਸ਼ੀ ਸੀ, ਜਸਟਿਸ ਸਫੀਰ ਸੀ। ਮਤਲਬ ਵੱਡੇ ਰਾਈਟਰ ਸਾਰੇ ਉਸ ਵੇਲੇ ਦਿੱਲੀ ਸੈਂਟਰ ਦੇ ਵੇਲੇ ਦਿੱਲੀ ਸੀ। ਪ੍ਰੋਫੈਸਰ ਮੋਹਨ ਸਿੰਘ ਇੱਥੇ ਸੀ, ਬਾਕੀ ਸਾਰੇ ਉੱਥੇ। ਮੇਰੇ ਵਾਸਤੇ ਬੜੇ ਵੱਡੇ ਰੱਬ ਹੁੰਦੇ ਸੀ। ਅਸੀਂ ਦੇਖਣਾ ਕਿ ਅੰਮ੍ਰਿਤਾ ਨੂੰ ਮੀਟਿੰਗ 'ਚ ਆਉਂਦੀ ਸੀ ਅਤੇ ਇੱਦਾਂ ਲੱਗਦਾ ਹੁੰਦਾ ਸੀ ਕਿ ਜਿਵੇਂ ਕਿੱਡਾ ਵੱਡਾ ਕੋਈ ਕੁਛ ਆ ਰਿਹਾ ਅੰਦਰ। ਤਾਂ ਜਾਂ ਗਾਰਗੀ ਆਉਂਦਾ ਸੀ, ਉਹਦਾ ਆਪਣਾ ਇੱਕ ਔਰਾ ਸੀ। ਪਰ ਜਦੋਂ ਉਹਨਾਂ ਦੇ ਨੇੜੇ ਬੈਠ ਕੇ ਵੇਖਿਆ, ਉਹਨਾਂ ਦੇ ਪ੍ਰੋਸੈਸ ਨੂੰ ਮੈਂ ਵੇਖਦਾ ਸੀ। ਅਤੇ ਖਾਸ ਕਰਕੇ ਕਰਤਾਰ ਸਿੰਘ ਦੁੱਗਲ ਦੀ ਗੱਲ ਜੇ ਮੈਂ ਕਰਾਂ, ਹੁਣ ਮੈਂ ਦੁੱਗਲ ਦੀ ਜਿਹੜਾ ਇੱਕ ਲੇਖਕ ਨੇ ਦੀ ਸਿਰਜਣਾ ਕਿਵੇਂ ਬਾਹਰ ਆਉਂਦੀ ਹੈ, ਮੈਨੂੰ ਦੁੱਗਲ ਦਾ ਮੇਰੇ ਵਾਸਤੇ ਬਹੁਤ ਵੱਡੀ ਉਦਾਹਰਣ ਹੁੰਦੀ ਸੀ ਕਿ ਦੁੱਗਲ ਦੀਆਂ ਪਹਿਲੀਆਂ ਰਚਨਾਵਾਂ ਜਿਹੜੀਆਂ ਹੈਗੀਆਂ, ਪਹਿਲੀਆਂ ਕਹਾਣੀਆਂ ਉਹਦੀਆਂ ਜਿਹੜੀਆਂ, ਉਹ ਅਤੇ ਉਹਦੇ ਬਾਅਦ ਦੇ ਨਾਵਲ ਜਿਹੜੇ ਤਿਰਕੜੀ ਜਾਂ ਤਿਰਕੜਾ ਨਾਵਲ, ਉਹਨਾਂ ਨੂੰ ਹੁਣ ਦੇਖੋ ਜਿਹੜੀਆਂ ਪਹਿਲੀਆਂ ਕਹਾਣੀਆਂ ਸਰ ਉਹਦੀਆਂ ਬਹੁਤ ਕਮਾਲ ਦੀਆਂ ਕਹਾਣੀਆਂ। ਔਰ ਉਸ ਵੇਲੇ ਦੁੱਗਲ ਜਿਹੜਾ ਉਹ ਜਲੰਧਰ ਸੀ, ਆਲ ਇੰਡੀਆ ਰੇਡੀਓ 'ਤੇ ਜਾਂ ਲਾਹੌਰ ਸੀ, ਅਤੇ ਉਹ ਲੋਕਾਂ ਨਾਲ ਜੁੜਿਆ ਹੋਇਆ ਸੀ। ਉਸ ਵੇਲੇ ਦੀ ਉਹਦੀ ਕਹਾਣੀ ਜਿਹੜੀ ਹੈ ਨਾ ਸਾਰੀ ਦੁੱਗਲ ਦੀ, ਜਿਹੜੀਆਂ ਪਹਿਲੀਆਂ ਕਹਾਣੀਆਂ ਉਹਦੀਆਂ, ਪਹਿਲੀਆਂ 2-3 ਕਿਤਾਬਾਂ ਕਮਾਲ ਦੀਆਂ ਕਹਾਣੀਆਂ। ਉਰਦੂ ਦੀ ਚਾਸ਼ਨੀ ਵੀ ਸੀ। ਹਾਂ ਬਹੁਤ ਕਮਾਲ ਦੀ ਸੀ। ਨਹੀਂ ਚਾਸ਼ਨੀ ਤਾਂ ਅੱਜ ਤੱਕ ਰਹੀ, ਪੋਠੋ ਵਾਲੀ ਭਾਸ਼ਾ ਤਾਂ ਉਹਦੇ ਕੋਲ ਰਹੀ ਹੈ, ਪਰ ਬਾਅਦ 'ਚ ਲੋਕਾਂ ਨਾਲ ਟੁੱਟਦਾ। ਮੈਂ ਤੁਹਾਨੂੰ ਪ੍ਰੋਸੈਸ ਦੀ ਗੱਲ ਦੱਸਦਾ। ਜਿਹੜੇ ਬਾਕੀ ਅੰਮ੍ਰਿਤਾ 'ਚ ਨਹੀਂ ਸੀ ਉਹ ਗੱਲ ਹਰਭਜਨ ਸਿੰਘ ਦੇ ਵਿੱਚ ਨਹੀਂ ਸੀ, ਉਹ ਗਾਰਗੀ ਵਿੱਚ ਨਹੀਂ ਸੀ, ਅਜੀਤ ਕੌਰ 'ਚ ਨਹੀਂ ਸੀ, ਪਰ ਦੁੱਗਲ ਨੂੰ ਦਾ ਐਨਾਲਿਸਿਸ ਕਰਕੇ ਫਿਰ ਮੈਨੂੰ ਲੱਗਦਾ ਕਿ ਗੱਲ ਆਪਾਂ ਨੂੰ ਆਪਾਂ ਡਿਸਕਸ ਹੀ ਕਰ ਰਹੇ ਹਾਂ, ਗੱਲਾਂ ਹੀ ਕਰ ਰਹੇ ਹਾਂ, ਕਿੱਦਾਂ ਸਮਝੋ ਕਿ ਦੁੱਗਲ ਦੀਆਂ ਜਿਹੜੀਆਂ ਪਹਿਲੀਆਂ ਕਹਾਣੀਆਂ ਸਵੇਰ ਸਾਰ ਵਰਗੀਆਂ ਕਹਾਣੀਆਂ, ਸਵੇਰ ਸਾਰ ਜਿਹੜੀ ਕਿਤਾਬ ਹੈ ਜੋ ਉਸ ਤੋਂ ਬਾਅਦ ਦੀਆਂ, ਅਤੇ ਦੁੱਗਲ ਦੇ ਆਖਰੀ ਜਿਹੜਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਤ੍ਰਿਕੜੀਆ ਦੇ ਨਾਵਲ, ਉਹ ਨਾਵਲ ਜਿਹੜੇ ਹੈਗੇ ਆ ਉਹ ਬੜੇ ਇਸ ਤਰ੍ਹਾਂ ਦੇ ਆ ਕਿ ਤੁਸੀਂ 10-15-20 ਪੇਜ ਤੋਂ ਬਾਅਦ ਥੱਕ ਜਾਂਦੇ ਪੜ੍ਹ ਕੇ। ਦੁੱਗਲ ਸਾਹਿਬ ਬਹੁਤ ਵੱਡੇ ਰਾਈਟਰ ਹੈ, ਆਈ ਸ਼ੁੱਡ ਨਾਟ ਕਮੈਂਟ ਔਨ ਦਿਟ, ਬਟ ਕਿਉਂਕਿ ਆਪਾਂ ਗੱਲਾਂ ਕਰ ਰਹੇ ਹਾਂ, ਕਰ ਸਕਦੇ। ਹੁਣ ਦੁੱਗਲ ਸਾਹਿਬ ਜਿਹੜੇ ਆ ਉਹ ਲੋਕਾਂ ਨਾਲ ਟੁੱਟਦੇ ਆ। ਮੈਂ ਮੇਰੀ ਇੱਥੇ ਕਿ ਜਿਵੇਂ ਭੁੱਲੀਆ ਸਾਹਿਬ ਹੁਣ ਫਿਲਮ ਬਣਾ ਰਿਹਾ, ਮੇਰੀ ਅਕੈਡਮੀ 'ਤੇ ਡਿਊਟੀ ਲੱਗੀ, ਉਦੋਂ ਮੈਂ ਅਸਿਸਟੈਂਟ ਸੈਕਟਰੀ ਸੀ ਕਿ ਦੁੱਗਲ ਸਾਹਿਬ ਉੱਤੇ ਡਾਕੂਮੈਂਟਰੀ ਬਣਾਉਣੀ ਹੈ ਅਤੇ ਉਹਨਾਂ ਨੂੰ ਮਨਾਓ। ਮੈਂ ਦੁੱਗਲ ਸਾਹਿਬ ਦੇ ਘਰ ਗਿਆ ਅਤੇ ਉਹ ਕਹਿੰਦੇ ਕਿ ਡਾਕੂਮੈਂਟਰੀ ਬਣੀਆਂ ਤਾਂ ਪਹਿਲਾਂ ਮੇਰੀ ਸਵੈ ਜੀਵਨੀ ਪੜ੍ਹ। ਉਹ ਸਵੈ ਜੀਵਨੀ 880 ਪੇਜ ਦੀ ਹੈ। ਹਾਂਜੀ, ਕਿਸ ਪੈ ਕੋਲੋਂ ਬੰਟਲੀ ਕਰ ਚਲੋ ਪੜ੍ਹਨੀ ਪਈ, ਪ੍ਰੋਫੈਸ਼ਨਲ ਮਜਬੂਰੀ ਸੀ, ਪੜ੍ਹੀ ਮੈਂ। ਅਤੇ ਹੁਣ ਉਹਨੂੰ ਪੜ੍ਹਨ ਤੋਂ ਬਾਅਦ ਵੀ ਤੁਹਾਨੂੰ ਦੁੱਗਲ ਸਮਝ ਆਉਣਾ ਸ਼ੁਰੂ ਹੁੰਦਾ, ਜਿਹਦੇ ਵਿੱਚ ਦੁੱਗਲ ਆਪ ਲਿਖ ਰਿਹਾ ਕਿ ਮੈਂ ਆਪਣੇ ਕੰਟੈਂਪਰੇਰੀ ਕਿਸੇ ਲੇਖਕ ਨੂੰ ਨਹੀਂ ਪੜ੍ਹਦਾ। ਹੁਣ ਲੇਖਕ ਐਲੀਨੇਟ ਹੋ ਗਿਆ, ਐਲੀਨੇਸ਼ਨ 'ਚ ਚਲਾ ਜਾਂਦਾ ਹੈ ਨਾ। ਅਤੇ ਜਦੋਂ ਉਦੋਂ ਤੱਕ ਉਹਨੇ ਮਤਲਬ ਪੜ੍ਹਨਾ ਛੱਡ ਚੁੱਕਿਆ ਸੀ ਜਦੋਂ ਕਿਸਮਤ ਕਲੋਂ ਐਂਟਰੀ ਆਉਂਦੀ।
ਉਦੋਂ ਹੀ ਉਹਦੇ ਨਾਵਲ ਆਏ, ਲਗਭਗ ਨਾਵਲ ਬਾਅਦ 'ਚ ਆਇਆ, ਕਿਸ ਪੇ ਕੋਲ ਇਵੈਂਟ ਨਹੀਂ ਪਹਿਲੇ ਆਇਆ। ਔਰ ਜਦੋਂ ਉਹ ਕਿਸੇ ਨੂੰ ਪੜ੍ਹ ਨਹੀਂ ਰਿਹਾ, ਕਿਸੇ ਨੂੰ ਮਿਲ ਵੀ ਨਹੀਂ ਰਿਹਾ, ਕਿਉਂਕਿ ਇੱਕ ਬੜੀ ਹਾਸੇ ਦੀ ਗੱਲ ਨੂਰ ਸਾਹਿਬ ਨਾਲ ਜੁੜੀ ਹੋਈ, ਵੈਸੇ ਆਪਾਂ ਹੁਣੇ ਗੱਲਾਂ ਦੇ ਵਿੱਚ ਕਰ ਸਕਦੇ ਹਾਂ ਕਿ ਨੂਰ ਸਾਹਿਬ ਬਿਮਾਰ ਹੋ ਗਏ ਅਤੇ ਉਹ ਉੱਥੇ ਸੁੰਦਰ ਲਾਲ ਜੈਨ ਹਸਪੀਟਲ 'ਚ ਪਏ ਸੀ, ਅਤੇ ਚੰਦਨ ਨੇਗੀ ਉਹਨਾਂ ਨੂੰ ਮਿਲ ਜਾਂਦੀ। ਔਰ ਚੰਦਨ ਨੇਗੀ ਉਹਨਾਂ ਦਾ ਇੱਦਾਂ ਹੱਥ ਫੜ ਕੇ, ਨੂਰ ਸਾਹਿਬ ਤੁਹਾਡੀ ਬਹੁਤ ਲੋੜ ਹੈ, ਤੁਸੀਂ ਥੋੜ੍ਹਾ ਆਪਣੀਆਂ ਆਦਤਾਂ ਸੁਧਾਰੋ। ਉਹ ਵੀ ਪੋਠਵਾਰੀ 'ਚ ਬੋਲਦੀ ਆ, ਮੈਂ ਉਹ ਭਾਸ਼ਾ 'ਤੇ ਨਹੀਂ ਬੋਲ ਸਕਦਾ, ਪਰ ਗੱਲ ਕਰ ਲੈਣਾ। ਅਤੇ ਉਹਨੂੰ ਕਹਿੰਦੇ ਤੁਸੀਂ ਨਾ ਇਹ ਖਾਣਾ ਪੀਣਾ ਘੱਟ ਕਰ ਦਿਓ, ਤੁਹਾਡੀ ਬਹੁਤ ਲੋੜ ਹੈ ਜੇ ਪੰਜਾਬੀ ਨੂੰ। ਦੇਖੋ ਨਾ ਦੁੱਗਲ ਸਾਹਿਬ 92 ਸਾਲ ਦੇ ਹੋ ਗਏ ਨੇ, 90 ਸਾਲ ਦੇ ਸੀ ਉਦੋਂ, 90 ਸਾਲ ਦੇ ਹੋ ਗਏ ਨੇ, ਘੋੜੇ ਵਾਂਗ ਤੁਰਦੇ ਫਿਰਦੇ। ਅਤੇ ਉਹ ਕਹਿੰਦੇ, ਨੂਰ ਸਾਹਿਬ ਕਹਿੰਦੇ ਭਈ ਚੰਦਨ ਗੱਲ ਤਾਂ ਠੀਕ ਹੈ ਨੂਰ ਸਾਹਿਬ, ਮਤਲਬ ਇਹ ਵੀ ਸੋਹਣੇ ਬਹੁਤ ਹੈ, ਜਵਾਨ ਪਏ ਨੇ, ਇਹ ਵੀ ਭੱਜਦੇ ਬਹੁਤ ਹੈ, ਪਰ ਤੁਹਾਨੂੰ ਉਹਦਾ ਜਿਹੜਾ ਜ਼ਿੰਦਗੀ ਦਾ ਉਹਨਾਂ ਦਾ ਰੋਜ਼ਮਰਾ ਦੀ ਉਹਦੀ ਲਾਈਫ ਪਤਾ ਕੀ ਆ? ਇਹਦੀ ਬਿਲਕੁਲ ਪਤਾ ਜੀ, ਮੈਂ ਤੁਹਾਨੂੰ ਅਕਸਰ ਮਿਲਦੀ ਹਾਂ। ਸਵੇਰੇ ਕਹਿੰਦੀ ਉੱਠ ਕੇ ਉਹ ਨਹਾਉਂਦੇ ਨੇ 4 ਵਜੇ, ਫਿਰ ਪਾਠ ਕਰਦੇ ਨੇ ਸੁਖਮਨੀ ਸਾਹਿਬ ਦਾ, 5 ਬਾਣੀਆਂ ਦਾ ਪਾਠ ਕਰਦੇ ਨੇ, ਫਿਰ ਉਹ 2 ਘੰਟੇ 3 ਘੰਟੇ ਸੈਰ ਕਰਦੇ ਨੇ, ਫਿਰ ਉਹ ਲਿਖਦੇ ਨੇ, ਫਿਰ ਸੌਂ ਜਾਂਦੇ ਨੇ, ਫਿਰ ਸ਼ਾਮ ਨੂੰ 2 ਘੰਟੇ ਸੈਰ ਕਰਦੇ ਨੇ, ਫਿਰ ਆ ਕੇ ਸੌਂ ਜਾਂਦੇ ਨੇ। ਅਤੇ ਨੂਰ ਸਾਹਿਬ ਕਹਿੰਦੇ ਵੀ ਉਹ ਪਾਠ ਅਤੇ ਸੈਰ ਉਹ ਬਣਦੇ 6 ਘੰਟੇ ਦਿਨ ਦੇ, ਅਤੇ ਇਹਦਾ ਮਤਲਬ ਚੌਥਾ ਹਿੱਸਾ ਇੱਕ ਦਿਨ ਦਾ ਗਿਆ, ਅਤੇ 90 ਸਾਲਾਂ 'ਚੋਂ ਚੌਥਾ ਹਿੱਸਾ ਘਟਾ ਦੇ। ਕਹਿੰਦੇ ਮੇਰੇ ਨਾਲ ਉਮਰ ਘੱਟ ਹੈ ਉਹਦੀ, ਇਹਦਾ ਮਤਲਬ ਵਾਹ ਬਾਤ ਬਈ, ਵਾਹ ਬਾਤ। ਕਹਿੰਦੇ ਵੀ ਇਹਦਾ ਮਤਲਬ ਤੂੰ 60 ਸਾਲ ਦੀ ਆ, ਮੈਂ 17 ਦਾ ਹੋ ਗਿਆ। ਅਤੇ ਉਹ ਕਹਿੰਦੇ ਕੋਈ ਏਡੀ ਕੋਈ ਗੱਲ ਨਹੀਂ ਹੈਗੀ, ਮੈਨੂੰ ਜੀਣ ਦੇ ਆਪਣਾ ਢੰਗ ਨਾਲ, ਮੈਂ ਲੋਕਾਂ ਦਾ ਬੰਦਾ, ਲੋਕਾਂ 'ਚ ਰਹਿਣ ਦੇ। ਹੁਣ ਉਹ ਜਿਹੜੀ ਉਹਦੀ ਲਿਖਣ ਦਾ ਜਦੋਂ ਸਰੀਰਸਾਰ ਹੈ, ਹਾਂ ਇਹ ਜਿਹੜਾ, ਕਿਉਂਕਿ ਮੈਂ ਨਿਊ ਹਿਸਟੋਰਿਸਿਜ਼ਮ 'ਤੇ ਮੈਂ ਕਿਤਾਬ ਪੜ੍ਹ ਰਿਹਾ ਸੀ ਪਿਛਲੇ ਦਿਨਾਂ 'ਚ, ਵੈਸੇ ਟੈਕਨੀਕਲ ਟਰਮ ਹੈ ਆਲੋਚਕਾਂ ਦੀ, ਨਵ ਇਤਿਹਾਸਵਾਦ ਇੱਕ ਨਵੀਂ ਟਰਮ ਆ ਰਹੀ ਹੈ, ਜਿਹੜੀ ਲਿਟਰੇਚਰ ਨਾਲ ਜੋੜ ਕੇ ਵੇਖੀ ਜਾ ਰਹੀ ਹੈ ਕਿ ਜਿਹੜਾ ਇਤਿਹਾਸ ਲਿਖਿਆ ਜਾਂਦਾ ਉਹ ਹਮੇਸ਼ਾ ਹੀ ਇਤਿਹਾਸ ਸਪਰੈਸਡ ਹੁੰਦਾ ਕਿ ਕੋਈ ਵੇਲੇ ਦਾ ਹਾਕਮ ਇਤਿਹਾਸ ਲਿਖਾਉਂਦਾ ਹੈ। ਅਤੇ ਉਹ ਕਹਿੰਦੇ ਕਿ ਜਿਹੜੀ ਕੋਈ ਵੀ ਕਲਾ ਆ, ਨੋਟ ਹਿਸਟਰੀ, ਕੋਈ ਵੀ ਕਲਾ ਹੈ, ਸਿਰਫ ਸਾਹਿਤ ਵੀ ਨਹੀਂ, ਉਹਦੇ ਵਿੱਚ ਸਾਰੀਆਂ ਕਲਾਵਾਂ ਲੈ ਲਓ, ਉਹ ਚੌਗਿਰਦੇ ਦੇ ਪ੍ਰਭਾਵ ਨਾਲ ਹੁੰਦੀ ਹੈ ਨਾ। ਅਤੇ ਚੌਗਿਰਦੇ ਦਾ ਜਿਹੜਾ ਪ੍ਰਭਾਵ ਹੈ ਉਹਦੇ ਵਿੱਚੋਂ ਜਿਹੜੀ ਰਚਨਾ ਆਏਗੀ, ਉੱਥੋਂ ਤੁਸੀਂ ਹਿਸਟਰੀ ਨੂੰ ਪੜ੍ਹੋ ਵੇਲੇ ਦੀ। ਜਿਹੜੀ ਮੰਟੋ ਦੀ ਗੱਲ ਤੁਸੀਂ ਕੀਤੀ ਕਿ ਮੰਟੋ ਕਹਿੰਦਾ ਮੇਰੇ ਲਿਟਰੇਚਰ ਨੂੰ ਪੜ੍ਹੋ, ਦੁਨੀਆ ਨੂੰ ਜਾਣੋ। ਹੁਣ ਕਾਲੀ ਸਲਵਾਰ ਪੜ੍ਹੋ ਜਾਂ ਖੋਲ ਦੋ ਪੜ੍ਹੋ, ਤੁਹਾਨੂੰ ਉਸ ਵੇਲੇ ਦੀ ਹਿਸਟਰੀ ਤੁਹਾਨੂੰ ਆਪਣੇ ਆਪ ਸਮਝ ਆ ਜਾਂਦੀ, ਔਰ ਉਹ ਹਿਸਟਰੀ ਸਪਰੈਸਡ ਨਹੀਂ ਹੈ, ਇੰਡੀਪੈਂਡੈਂਟ ਹਿਸਟਰੀ। ਅਤੇ ਜਦੋਂ ਲੇਖਕ ਕੋਈ ਰਚਨਾ ਕਰ ਰਿਹਾ, ਉਹ ਰਚਨਾ ਅਮਰ ਤਾਂ ਹੀ ਹੋਣੀ ਹੈ ਜੇ ਉਹ ਚੌਗਿਰਦੇ ਦੇ ਵਿੱਚੋਂ ਆਈ ਹੋਈ ਹੈ। ਜਦ ਤੱਕ ਉਹ ਚੌਗਿਰਦਾ ਉਹਦੀ ਸਮਝ 'ਚ ਨਹੀਂ ਹੈਗਾ, ਤਦ ਤੱਕ ਨਹੀਂ ਆ ਸਕਦੀ। ਕੀਤੇ ਕੋ ਜਦੋਂ ਲੋਕਾਂ ਤੋਂ ਲੇਖਕ ਟੁੱਟਦਾ ਹੈ, ਫਿਰ ਲੇਖਕ ਦੀ ਰਚਨਾ ਲੋਕਾਂ ਤੋਂ ਟੁੱਟਦੀ ਹੈ, ਫਿਰ ਲੇਖਕ ਪੜ੍ਹਿਆ ਨਹੀਂ ਜਾਂਦਾ, ਹੈ ਨਾ। ਇਹ ਹੁਣ ਜੋ ਤੁਸੀਂ, ਕਿਉਂਕਿ ਮੈਂ ਸਾਰਿਆਂ ਨੂੰ ਨੇੜੇ ਗਾਰਗੀ ਨੂੰ ਦੇਖਿਆ ਬਹੁਤ ਨੇੜੇ ਹੋ ਕੇ, ਔਰ ਗਾਰਗੀ ਦਾ ਹਾਲਤ ਇਹ ਹੁੰਦੀ ਸੀ ਕਿ ਗਾਰਗੀ ਦੀ ਜੇਬ 'ਚ ਪੈਸੇ ਨਹੀਂ ਸੀ ਹੁੰਦੇ। ਗਾਰਗੀ ਅਕਸਰ ਨੰਗ ਹੁੰਦਾ ਸੀ ਅਤੇ ਦਿੱਲੀ ਰਹਿੰਦਾ ਸੀ ਉਹ, ਅਤੇ ਜਦੋਂ ਉਹਦੇ ਕੋਲ 100-200 ਰੁਪਈਆ ਹੋਣਾ, ਉਦੋਂ ਉਹਨੇ 5-7 ਬੰਦੇ ਬੁਲਾ ਲੈਂਦਾ ਸੀ। ਉਹ 'ਚ ਤਾਰਾ ਸਿੰਘ ਹੁੰਦਾ ਸੀ, ਤਾਰਾ ਸਿੰਘ ਕਾਮਲ, ਨੂਰ ਸਾਹਿਬ, ਮੈਂ, ਫੀਲਾ ਹੁੰਦਾ ਸੀ ਉਹਨਾਂ ਦਾ, ਉਦੋਂ ਛੋਟਾ ਜਿਹਾ ਬੱਚਾ ਸੀ, ਅਤੇ ਅਸੀਂ ਸਾਰੇ ਉਹਦੇ ਕੋਲ ਚੱਲ ਜਾਣਾ, ਅਤੇ ਉਹਨੇ ਜਾਂਦਿਆਂ ਕਹਿਣਾ, ਅਮਰੀਕ ਗਿੱਲ ਉਦੋਂ ਉੱਥੇ ਭਾਂਡੇ ਮਾਂਜਦਾ ਹੁੰਦਾ ਸੀ ਉਹਦੇ, ਅਤੇ ਜਾਂ ਜੋ ਵੀ ਕਰਦਾ ਸੀ ਅਮਰੀਕ ਗਿੱਲ, ਪਰ ਅਮਰੀਕ ਗਿੱਲ ਉਹਦਾ ਮਤਲਬ ਸੀਗਾ, ਉਹਦਾ ਕਾਤਬ ਵੀ ਸੀਗਾ ਉਹਦਾ। ਅਤੇ ਉਹਨੇ ਫਿਰ ਕਹਿਣਾ ਕਿ ਮੇਰੇ ਕੋਲ ਇੰਨੇ ਪੈਸੇ ਆ ਕੇ ਬਾਕੀ ਦੇਖ ਲਓ, ਇਕੱਠੇ ਕਰ ਲਓ ਅਤੇ ਬਹਿਣਾ ਅੱਜ, ਇਸ ਤਰ੍ਹਾਂ ਹੁੰਦਾ ਸੀ। ਅਜੀਤ ਕੌਰ ਅਕਸਰ ਆ ਜਾਂਦੀ ਸੀ, ਈਵਨ ਖੁਸ਼ਵੰਤ ਸਿੰਘ ਆ ਜਾਂਦਾ ਸੀ। ਹੁਣ ਉਹ ਜਦੋਂ ਬੰਦਾ ਇਸ ਤਰ੍ਹਾਂ ਜੁੜਦਾ, ਜਿੱਦਾਂ ਅੱਜ ਅਸੀਂ ਬੈਠੇ, ਅਸੀਂ ਜਿਹੜੇ ਅੱਜ ਗੱਲਾਂ ਕਰਾਂਗੇ, ਆਹ ਤਾਂ ਚਲੋ ਅਸੀਂ ਫਾਰਮਲ ਵੀ ਅਜੇ ਹੈਗੇ ਆ, ਜਦੋਂ ਅਸੀਂ ਇਨਫੋਰਮਲ ਹੋ ਕੇ ਬੈਠੋਗੇ ਇਸ ਡਿਸਕਸ਼ਨ ਤੋਂ ਬਿਨਾਂ, ਜੋ ਆਪਾਂ ਇੱਕ ਦੂਜੇ ਤੋਂ ਲੈਣਾ, ਉਹ ਤੁਹਾਡੇ ਕ੍ਰੀਏਟਿਵ ਪ੍ਰੋਸੈਸ ਦਾ ਆਟੋਮੈਟਿਕ ਹਿੱਸਾ ਬਣ ਜਾਂਦਾ, ਅਨਕੌਂਸ਼ੀਅਸਲੀ ਹਿੱਸਾ ਬਣਦਾ। ਉਹ ਮੈਂ ਦੇਖਿਆ ਕਿ ਗਾਰਗੀ ਜਿਹੜਾ ਬਹੁਤ ਕੀਨ ਓਬਜ਼ਰਵਰ ਸੀਗਾ। ਗਾਰਗੀ ਜਦੋਂ ਬੈਠਦਾ ਸੀ, ਉਹਨੇ ਇੱਕ ਡਰਿੰਕ ਹੱਥ 'ਚ ਫੜ ਲੈਣਾ, ਕਦੀ ਉਹਦੇ ਕੋਲ ਬਹਿ ਜਾਣਾ, ਕਦੇ ਉਹਦੇ ਕੋਲ ਬਹਿ ਜਾਣਾ। ਔਰ ਉਹ ਇਸੇ ਕਰਕੇ ਮੈਨੂੰ ਲੱਗਦਾ ਕਿ ਗਾਰਗੀ ਸਾਡੇ ਲੇਖਕਾਂ ਵਿੱਚ, ਉਸ ਟਾਈਮ ਦੇ ਲੇਖਕਾਂ 'ਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਲੇਖਕ ਸੀ ਗਾਰਗੀ। ਇਹੋ ਹੀ ਰੀਜ਼ਨ ਸੀਗਾ ਕਿ ਉਹ ਦਿੱਲੀ ਸ਼ਹਿਰ 'ਚ ਰਹਿੰਦੇ ਆ, ਬੰਬੇ ਰਹਿੰਦੇ ਆ, ਔਰ ਐਲੀਟ ਸੁਸਾਇਟੀ ਵਿੱਚ ਰਹਿੰਦੇ ਆ। ਉਹ ਬਠਿੰਡੇ ਦੇ ਟਿੱਬਿਆਂ 'ਚ ਰਹਿ ਰਿਹਾ ਸੀ, ਹੈ ਨਾ। ਉਹ ਟਿੱਬਿਆਂ 'ਚ ਜੀਂਦਾ ਸੀ। ਉਹਦੀ ਭਾਸ਼ਾ, ਉਹਦਾ ਮੈਟਾਫਰਸ,
ਉਹ ਸਾਰੇ ਬਠਿੰਡੇ ਦੇ ਟਿੱਬਿਆਂ 'ਚੋਂ ਲੈ ਰਿਹਾ ਸੀ। ਉਹ ਲੇਖਕ ਨੇ ਜਦੋਂ ਤੱਕ ਆਪਣੀ ਜੜ ਨਾਲੋਂ ਜਦੋਂ ਲੇਖਕ ਟੁੱਟਦਾ ਹੈ ਨਾ, ਉਦੋਂ ਫਿਰ ਉਹ ਰਚਨਾ ਤੋਂ ਟੁੱਟਦਾ ਹੈ। ਫਿਰ ਅਸੀਂ ਫਾਰਮਲੀ ਹੋ ਕੇ ਤਾਂ ਬਹੁਤ ਕੁਝ ਲਿਖੀ ਜਾਂਦੇ ਹਾਂ। ਅਸੀਂ ਕਿਤਾਬਾਂ ਪੜ੍ਹ ਕੇ ਇੱਧਰ ਉੱਧਰ ਦੀਆਂ ਫੋਰਨ ਦੀਆਂ ਕਿਤਾਬਾਂ ਪੜ੍ਹ ਲਈਆਂ, ਵੈਸਟਰਨ ਲੇਖਕਾਂ ਨੂੰ ਪੜ੍ਹ ਲਿਆ, ਅਤੇ ਫਿਰ ਅਸੀਂ ਬਹੁਤ ਕੁਝ ਲਿਖ ਲੈਂਦੇ ਹਾਂ। ਔਰ ਦੂਜਾ ਹੈ ਕਿ ਜਿਹੜਾ ਸਾਡੀ ਭਾਰਤੀ ਪਰੰਪਰਾ ਜਿਹੜੀ ਮੈਂ ਗੱਲ ਸ਼ੁਰੂ ਕੀਤੀ ਸੀ, ਉਹਦੇ ਵਿੱਚ ਜਿਹੜਾ ਸਾਡਾ ਲੇਖਕ ਹੈ, ਸਾਡੇ ਲੇਖਕ ਅਸੀਂ ਜੋ ਮਰਜ਼ੀ ਕਹੀ ਜਾਈਏ ਵੀ ਇੱਥੇ ਬੁੱਧ ਧਰਮ ਆਇਆ, ਜੈਨ ਆਇਆ, ਸਿੱਖਜ਼ਮ ਆਇਆ, ਸ਼ੰਕਰਾਚਾਰੀਆ ਆਇਆ, ਪਰ ਸਾਡੀ ਜਿਹੜੀ ਇੱਕ ਪਰੰਪਰਾ ਹੈਗੀ ਆ ਗਿਆਨ ਦੀ ਪਰੰਪਰਾ, ਜਿਹਦੇ 'ਚੋਂ ਵੇਦਾਂ ਤੋਂ ਅਸੀਂ ਸਾਰੇ ਬਾਹਰ ਆਏ ਹਾਂ, ਉਹਦੇ ਵਿੱਚ ਸਾਰੀ ਪਰੰਪਰਾ ਜਿਹੜੀ ਸਾਡੇ ਕੋਲ ਹੈ ਉਹ ਇੱਕ ਸੁਖਾਂਤ ਦੀ ਪਰੰਪਰਾ ਹੈ। ਸਾਡੇ ਕੋਲ ਟ੍ਰੈਜਡੀ ਦੀ ਪਰੰਪਰਾ ਨਹੀਂ ਹੈ। ਔਰ ਉਹਦੇ ਮੈਨੂੰ ਉਹਦੇ ਵੀ ਰੀਜ਼ਨ ਸਮਝ ਆਉਂਦੇ ਆ ਕਿ ਸੁਖਾਂਤ ਦੀ ਪਰੰਪਰਾ ਸਾਡੇ ਕੋਲ ਕਿਉਂ ਹੈ। ਕਿਉਂ ਸਾਡੇ ਇਸ ਕਰਕੇ ਸਾਡਾ ਲਿਟਰੇਚਰ ਜਿਹੜਾ ਹੈ ਉਹ ਬਹੁਤ ਰਿਚ ਹੈ। ਉਹ ਅਲੱਗ ਗੱਲ ਹੈ ਕਿ ਸਾਡਾ ਲਿਟਰੇਚਰ ਬਾਹਰ ਤੱਕ ਨਹੀਂ ਗਿਆ, ਬਾਹਰ ਨਹੀਂ ਪਹੁੰਚਾ। ਵੈਸੇ ਅੰਗਰੇਜ਼ੀ 'ਚ ਟ੍ਰਾਂਸਲੇਟ ਹੀ ਹੋਏ, ਉਹ ਜਿਹੜੀ ਇੰਟਰਨੈਸ਼ਨਲ ਭਾਸ਼ਾ ਸੀ ਉਹ 'ਚ ਗਿਆ ਨਹੀਂ, ਇਕੱਲਾ ਟੈਗੋਰ ਟ੍ਰਾਂਸਲੇਟ ਹੋਇਆ ਤਾਂ ਉਹਨੂੰ ਨਾਮ ਵੀ ਮਿਲ ਗਿਆ, ਨੋਬਲ ਪ੍ਰਾਈਜ਼ ਮਿਲ ਗਿਆ। ਸਾਡੇ ਬਹੁਤ ਸਾਰੇ ਬਹੁਤ ਵੱਡੇ ਲੇਖਕ, ਟੈਗੋਰ ਤੋਂ ਵੱਡੇ ਲੇਖਕ ਬੰਗਾਲ 'ਚ ਹੀ ਪਏ ਆ, ਜਿਨ੍ਹਾਂ ਨੂੰ ਮੈਂ ਪਰਸਨਲੀ ਵੀ ਮਿਲਿਆ ਹੋਇਆ। ਉਹ ਬਹੁਤ ਵੱਡੇ ਲੋਕ ਪਏ ਆ ਸਾਡੇ ਕੋਲ, ਪਰ ਲੇਖਕ ਸਾਡੇ ਕੋਲ ਲਿਟਰੇਚਰ ਉਹਨਾਂ ਤੋਂ ਰਿਚ ਪਿਆ। ਉਹਦਾ ਰੀਜ਼ਨ ਇਹੀ ਹੈ ਕਿ ਜਿਹੜਾ ਸਾਡੇ ਕੋਲ ਜਿਹੜੀ ਅਸੀਂ ਪਰੰਪਰਾ, ਅਸੀਂ ਨਹੀਂ ਵੀ ਵੇਦ ਪੜ੍ਹੇ, ਪਰ ਸਾਡੇ ਵੇਦ ਪਿੱਛੇ ਪਏ ਹੁੰਦੇ ਹੈ ਨਾ। ਔਰ ਉਹਦੇ ਵਿੱਚ ਜਿਹੜੀ ਪਰੰਪਰਾ ਸਾਡੇ ਕੋਲ ਪਈ ਆ ਉਹ ਪਰੰਪਰਾ ਡਿਫਰੈਂਟ ਹੈ। ਜਿਵੇਂ ਕਹਿ ਰਹੇ ਕਿ ਜਿਹੜਾ ਕਹਿ ਰਿਹਾ ਨਾ, ਇਹ ਭਾਰਤੀ ਅਤੇ ਪੱਛਮੀ ਪਰੰਪਰਾ ਨੂੰ ਜਦੋਂ ਬਰਾਬਰ ਰੱਖ ਕੇ ਅਸੀਂ ਵੇਖਦੇ ਹਾਂ, ਸਾਡੇ ਕੋਲ ਸਾਡੀ ਪਰੰਪਰਾ ਸਾਰੀ ਸਰਕਲ 'ਚ ਹੈ ਨਾ। ਅਸੀਂ ਲਕੀਰੀ ਨਹੀਂ ਹੈਗੇ। ਜਿਹੜੀ ਵੈਸਟ ਦੀ ਸਾਰੀ ਪਰੰਪਰਾ ਸੈਮਟਿਕ ਸਾਰੀ ਪਰੰਪਰਾ ਲਕੀਰੀ ਹੈ, ਸਾਡੀ ਪਰੰਪਰਾ ਗੋਲ ਹੈ। ਅਸੀਂ ਸਤਯੁਗ ਤੋਂ ਚਲਦੇ ਹਾਂ, ਤ੍ਰੇਤਾ, ਦੁਆਪਰ, ਕਲਯੁਗ, ਮੁੜ ਕੇ ਫਿਰ ਸਤਯੁਗ 'ਚ ਵੜਦੇ ਹੈ ਨਾ। ਸਾਡੀ ਪਰੰਪਰਾ ਉਸ ਤਰ੍ਹਾਂ ਦੀ ਹੈ। ਇਸ ਕਰਕੇ ਦੂਜਾ ਸਾਡੇ ਕੋਲ ਜਿਹੜਾ ਜੀਵਨ ਹੈ, ਸਾਡਾ ਜੀਵਨ ਜਿਹੜਾ ਭਾਰਤੀ ਜੀਵਨ ਹੈ ਜਿਹੜਾ ਇਸ ਪਰੰਪਰਾ ਦਾ, ਉਹ ਸਾਰਾ ਜੀਵਨ ਕਰਮਾਂ ਦੇ ਫਲ 'ਤੇ ਟਿਕਿਆ ਹੋਇਆ। 84 ਲੱਖ ਜੂਨਾਂ ਨਾਲ ਜੁੜੀ ਹੋਈ ਪਰੰਪਰਾ ਹੈ। ਔਰ 84 ਲੱਖ ਜੂਨ ਵਿੱਚ ਜਦੋਂ ਤੁਸੀਂ ਮਨੁੱਖਾ ਜਨਮ ਜਦੋਂ ਮਿਲਣਾ, ਉਦੋਂ ਤੁਹਾਨੂੰ ਜਿਸ ਜੂਨ ਵਿੱਚ ਤੁਸੀਂ ਚੰਗੇ ਕਰਮ ਕਰਨੇ, ਉਸ ਤੋਂ ਅਗਲਾ ਜਨਮ ਤੁਹਾਨੂੰ ਮਨੁੱਖਾ ਜੀਵਨ ਮਿਲਣਾ। ਇਸ ਕਰਕੇ ਜੀਵਨ ਸਾਡਾ ਕਰਮਾਂ ਦਾ ਫਲ ਹੈ ਨਾ। ਅਤੇ ਕਰਮ ਜਦੋਂ ਚੰਗੇ ਕਰਨੇ ਆ, ਅਤੇ ਉਹ ਕਰਮ ਜਿਹੜੇ ਹੈਗੇ ਤੁਹਾਡੇ, ਉਹ ਫਿਰ ਤੁਹਾਡੇ ਸੁਖਾਂਤ ਨਾਲ ਹੀ ਤੁਹਾਨੂੰ ਜੋੜਦੇ, ਦੁਖਾਂਤ ਨਾਲ ਨਹੀਂ ਜੋੜਦੇ। ਕਿਉਂਕਿ ਤੁਸੀਂ ਜਿਹੜਾ ਬਾਕੀ ਸਾਰਾ ਰਜ਼ਾ 'ਚ ਬਣਨਾ, ਜੀਵਨ ਰਜ਼ਾ 'ਚ ਹੈ, ਅਤੇ ਕਰਮ ਚੰਗੇ ਕਰਨੇ ਆ, ਅਤੇ ਫਿਰ ਜੀਵਨ ਸੁਖਾਂਤ ਹੀ ਹੋਏਗਾ। ਉੱਥੇ ਜੀਵਨ ਲਕੀਰੀ ਆ, ਸਾਰਾ ਸਾਈਕਲ 'ਚ ਚੱਲਦਾ ਨਹੀਂ ਹੈ। ਉੱਥੇ ਸਿੱਧਾ ਜਿਹੜਾ ਹੈਗਾ ਹੈਵਨ ਆ ਜਾਂ ਹੈ ਨਾ, ਨਰਕ ਹੈ ਜਾਂ ਸੁਰਗ ਹੈ, ਵਿੱਚ ਵਿਚਾਲੇ ਕੁਛ ਨਹੀਂ ਹੈ। ਅਤੇ ਉੱਥੇ ਜੀਵਨ ਜਿਹੜਾ ਹੈਗਾ ਉਹ ਐਡਮ ਅਤੇ ਈਵ ਦਾ ਜਿਹੜਾ ਕਨਸੈਪਟ ਹੈ ਉਹਦੇ ਵਿੱਚੋਂ ਨਿਕਲਦਾ ਹੈ ਕਿ ਜਿਹੜਾ ਵਰਜਿਤ ਫਲ ਖਾਣਾ, ਅਤੇ ਉਹਦੇ 'ਚੋਂ ਸਜ਼ਾ ਨਾਲ ਜੀਵਨ ਹੈ। ਹੁਣ ਇੱਕ ਜੀਵਨ ਸਾਨੂੰ ਕਰਮਾਂ ਦੇ ਫਲ ਨਾਲ ਮਿਲਦਾ, ਇੱਕ ਤੁਸੀਂ ਸਜ਼ਾ ਨਾਲ ਜੀਵਨ ਲਿਆ ਹੈ ਨਾ। ਜਿਹੜਾ ਕਰਮਾਂ ਵਾਲਾ ਬੰਦਾ ਉਹ ਚੰਗੇ ਕਰਮ ਕਰੇਗਾ। ਉਹ ਜਿਹੜਾ ਦੇਖੋ ਤੁਸੀਂ ਵੱਡੇ ਤੋਂ ਵੱਡੇ ਬਦਮਾਸ਼ ਜਿਹੜੇ ਹੁਣ ਗੈਂਗਸਟਰ ਵੀ ਹੈਗੇ, ਉਹਨਾਂ ਦੇ ਅੰਦਰ ਵੀ ਇੱਕ ਇਨਸਾਨ ਬੈਠਾ ਹੁੰਦਾ ਹੈ ਨਾ। ਉਹ ਠੀਕ ਹੈ ਕਿ ਕੁਛ ਹਾਲਾਤ ਹੁੰਦੇ ਜਿਹੜਾ ਬੰਦੇ ਉੱਧਰ ਨੂੰ ਜਾਂਦੇ ਆ, ਜਿਵੇਂ ਹੁਣ ਜਾਪਾਨ 'ਚ ਹੀ ਕੱਲ੍ਹ ਹੋਇਆ, ਉਹ ਕਹਿ ਰਹੇ ਕਿ ਜਾਪਾਨ 'ਚ ਕਦੇ ਨਹੀਂ ਇਸ ਤਰ੍ਹਾਂ ਦਾ ਹੋਇਆ ਹੈ ਨਾ। ਕੁਛ ਇਨਸਾਨ ਦੇ ਹਾਲਾਤ ਹੁੰਦੇ ਕਿ ਉਹਦਾ ਮਨ ਬਦਲ ਜਾਂਦਾ, ਪਰ ਉਹਨਾਂ ਦੇ ਕੋਲ ਜਿਹੜੀ ਆ ਉਹ ਪਰੰਪਰਾ ਹੀ ਉਹ ਹੈ ਕਿ ਜਦੋਂ ਬੰਦਾ ਕਹਿੰਦਾ ਕਿ ਮੈਂ ਆਇਆ ਹੀ ਸਜ਼ਾ ਕੱਟਣ, ਅਤੇ ਫਿਰ ਉਹ ਕੁਦਰਤ ਨਾਲ ਵੀ ਖਿਲਵਾੜ ਕਰੇਗਾ। ਜੋ ਇਨਵਾਇਰਮੈਂਟਲ ਮਸਲੇ ਆ ਰਹੇ ਸਾਰੇ ਉਹਨਾਂ ਦੇ ਕੀਤੇ ਹੋਏ ਆ, ਗੱਲ ਸਾਡੇ ਪਾਤੇ ਉਹ ਅਲੱਗ ਗੱਲ ਹੈ। ਅਤੇ ਉਹਨਾਂ ਦੀ ਕ੍ਰੀਏਟਿਵਿਟੀ, ਸਾਡੀ ਕ੍ਰੀਏਟਿਵਿਟੀ 'ਚ ਫਰਕ ਰਹੇਗਾ। ਸਾਡਾ ਭਰਤ ਮੁਨੀ ਜਦੋਂ ਨਾਟਕ ਸ਼ਾਸਤਰ ਲਿਖਦਾ ਹੈ, ਅਤੇ ਉਹ ਸੁਖਾਂਤ ਨਾਟਕ ਦੀ ਗੱਲ ਕਰਦਾ ਹੈ। ਜਦੋਂ ਉੱਥੇ ਰਸਤੂ ਲਿਖਦਾ ਕਾਵਿ ਸ਼ਾਸਤਰ, ਅਤੇ ਉਹ ਟ੍ਰੈਜਡੀ ਦੀ ਗੱਲ ਕਰੇਗਾ। ਉਹ ਤੋਂ ਕੋਈ ਸੁਖਾਂਤ ਤਾਂ ਹੈ ਨਹੀਂ ਹੈ ਨਾ। ਸਾਡੇ ਲੇਖਕ ਇਸ ਵਾਸਤੇ ਬੜੇ ਸਹਿਜ ਹੈ। ਸਾਡਾ ਜਿਹੜਾ ਲੇਖਕ ਨਹੀਂ, ਸਾਡੀ ਕ੍ਰੀਏਟਿਵਿਟੀ ਸਿਰਫ ਲੇਖਕ ਹੀ ਨਹੀਂ ਹੈ, ਸਾਡੀਆਂ ਸਾਰੀਆਂ ਕਲਾ ਦੇ ਮਾਧਿਅਮ ਜਿਹੜੇ ਹੈਗੇ ਆ। ਤੁਸੀਂ ਸਾਡੀਆਂ ਪੇਂਟਿੰਗਸ ਦੇਖੋ, ਤੁਸੀਂ ਸਾਡੇ ਸਕਲਪਚਰ ਦੇਖੋ, ਅਤੇ ਉਹਨਾਂ ਦੀਆਂ ਪੇਂਟਿੰਗਸ ਅਤੇ ਉਹਨਾਂ ਦੇ ਸਕਲਪਚਰ ਦੇਖੋ। ਸਾਡਿਆਂ 'ਚ ਅਬਸਰਡਿਟੀ ਨਹੀਂ ਹੈ। ਸਾਡੇ ਹੁਣ ਅਸੀਂ ਜਿਵੇਂ ਸਾਡੇ ਆਲੋਚਕ ਵੀ ਜਿਹੜੇ ਅਸੀਂ ਪੱਛਮ ਤੋਂ ਉਧਾਰਾ ਲੈ ਕੇ ਲਿਖਣਾ, ਆਲੋਚਨਾ ਕਰਨ ਲੱਗ ਗਏ। ਸਾਡੇ ਪੇਂਟਰ, ਸਾਡੇ ਸਕਲਪਚਰਿਸਟ, ਉਹ ਉੱਥੋਂ ਆਈਡੀਆਜ਼ ਲੈ ਕੇ ਜਿਹੜੀ ਆ ਉਹ ਐਬਸਰਡ ਰਚਨਾਵਾਂ ਕਰਨ ਲੱਗ ਗਏ। ਅਦਰਵਾਈਜ਼ ਸਾਡੀ ਟ੍ਰੈਡੀਸ਼ਨ 'ਚ ਐਬਸਰਡਿਟੀ ਨਹੀਂ ਹੈ। ਅਸੀਂ ਬਹੁਤ ਕਲੀਅਰ ਲੋਕ ਹਾਂ। ਔਰ ਇਸ ਕਰਕੇ ਸਾਡੀ ਜਿਹੜਾ ਸਾਡਾ ਲੇਖਕ ਹੈ
ਜਾਂ ਸਾਡਾ ਜਿਹੜਾ ਕ੍ਰੀਏਟਰ ਹੈ ਉਹਨੇ ਜਦੋਂ ਤੱਕ ਉਹ ਦੁਨੀਆ 'ਚ ਰਹਿੰਦਾ ਹੈ, ਜਦੋਂ ਤੱਕ ਉਹ ਦੋਸਤਾਂ ਮਿੱਤਰਾਂ 'ਚ ਬੈਠਦਾ ਹੈ, ਉਦੋਂ ਤੱਕ ਜਿਹੜਾ ਆਲੇ ਦੁਆਲੇ ਆਵਾਮ ਨੂੰ ਦੇਖਦਾ ਹੈ, ਉਹ ਸਭਾ ਨੂੰ ਵੇਖਦਾ ਹੈ, ਫਿਰ ਉਹ ਜੋ ਲਿਖਦਾ ਹੈ ਉਹ ਦੂਸਰੀ ਦੇਖੋ ਕਿ ਤੁਸੀਂ ਜਿਹੜਾ ਲਿਟਰੇਚਰ ਹੈ ਉਹ ਬੰਗਾਲ ਦੇ ਵਿੱਚ ਕਿਉਂ ਵੱਡੇ ਲੇਖਕ ਪੈਦਾ ਹੁੰਦੇ ਹੈ ਨਾ, ਪੰਜਾਬ ਵਿੱਚ ਕਿਉਂ ਰੈਵੋਲੂਸ਼ਨਰੀ ਲੇਖਕ ਹੀ ਪੈਦਾ ਹੁੰਦਾ, ਉਹ ਜਿਹੜੀ ਭੂਗੋਲਿਕਤਾ ਹੈ ਉਹ ਵੀ ਨਾਲ ਹੁੰਦੀ ਹੈ ਨਾ, ਇਨਵਾਇਰਨਮੈਂਟ ਦਾ ਬਹੁਤ ਵੱਡਾ ਅਸਰ ਹੁੰਦਾ ਹੈ। ਮੈਂ ਤੇ ਜਿਹੜੀਆਂ ਪਿੱਛੇ ਇੱਕ ਦਿਨ ਕਿਤੇ ਬੋਲਿਆ ਸੀ ਮੈਂ ਦਿੱਲੀ, ਕ੍ਰਿਸਚੀਅਨਿਟੀ ਵਾਲਿਆਂ ਨੇ ਕੁਝ ਪੰਜਾਬੀ ਕਲਚਰ ਦੇ ਬਾਰੇ ਕੁਝ ਸਪੈਸ਼ਲ ਕਹਿੰਦੇ ਕੋਈ ਤਾਂ ਬਸ ਬੋਲ ਕੇ ਜਾਓ, ਤਾਂ ਮੈਂ ਉਹਨਾਂ ਨੂੰ ਦੱਸ ਰਿਹਾ ਸੀ ਕਿ ਸਾਡੇ ਕੋਲ ਕਲਾਸੀਕਲ ਜਿਹੜਾ ਹੈਗਾ ਕਲਾ ਦਾ ਸਾਡੇ ਕੋਲ ਕੋਈ ਟ੍ਰੈਡੀਸ਼ਨ ਨਹੀਂ ਹੈ ਪੰਜਾਬ ਦੇ ਕੋਲ, ਸਾਡੇ ਕੋਲ ਕੋਈ ਕਲਾਸੀਕਲ ਡਾਂਸ ਨਹੀਂ ਹੈਗਾ, ਸਾਡੇ ਕੋਲ ਕਲਾਸੀਕਲ ਥੀਏਟਰ ਵੀ ਨਹੀਂ ਹੈ। ਉਹ ਸਾਡੀ ਭੂਗੋਲਿਕਤਾ ਨਾਲ ਕਿੱਦਾਂ ਜੁੜਿਆ ਹੋਇਆ ਨਾ ਕਿ ਅਸੀਂ ਸਾਡੇ ਕੋਲ ਜਿਹੜੇ ਡਾਂਸਰਸ ਵੀ ਹੈਗੇ ਆ, ਭੰਗੜਾ ਗਿੱਧਾ ਉਹ 10 ਤੋਂ 12 ਮਿੰਟ ਦੇ ਆ, ਖੁੱਲ੍ਹੇ ਡੁੱਲੇ ਤਾਂ ਹੋਣਗੇ ਪਰ 10 ਤੋਂ 12 ਮਿੰਟ ਹੈ, ਸਾਡੇ ਕੋਲ ਅਵਧੀ ਬੜੀ ਘੱਟ ਹੈ। ਉਹਨੇ ਮੈਨੂੰ ਪੁੱਛਿਆ ਵੀ ਇਹ ਕੀ ਕਾਰਨ ਹੈ, ਮੈਨੂੰ ਜੋ ਕਾਰਨ ਸਮਝ ਆਇਆ ਮੈਨੂੰ ਪਤਾ ਨਹੀਂ, ਹੁਣ ਤਾਂ ਆਪਾਂ ਸਾਰੇ ਸਿਆਣੇ ਲੋਕ ਬੈਠੇ ਆ, ਸ਼ਾਇਦ ਕੋਈ ਹੋਰ ਵੀ ਕਾਰਨ ਹੋਵੇ। ਉਹ ਸਾਡੀ ਕ੍ਰੀਏਟਿਵ ਪ੍ਰੋਸੈਸ ਨਾਲ ਜੁੜਦਾ ਹੈ। ਮੈਂ ਤਾਂ ਇਹ ਗੱਲ ਕਰ ਰਿਹਾ ਕਿ ਜਦੋਂ ਸਾਡੇ ਕੋਲ ਭੰਗੜਾ ਗਿੱਧਾ 12-12 ਮਿੰਟ ਦਾ, ਸਾਡੇ ਕੋਲ ਨਕਲ ਹੈ ਫੋਕ ਥੀਏਟਰ ਦੇ ਨਾਂ 'ਤੇ, ਹੋਰ ਸਾਡੇ ਕੋਲ ਆਪਣਾ ਕੁਛ ਨਹੀਂ ਹੈ, ਬਾਕੀ ਸਾਰਾ ਬਾਹਰੋਂ ਆਇਆ ਵਾ। ਨਕਲ ਜਿਹੜੀ ਆ ਉਹ ਤੇ ਅੱਧੇ ਮਿੰਟ ਤੋਂ ਲੈ ਕੇ 6-7 ਮਿੰਟ ਤੱਕ, ਇਸ ਤੋਂ ਗਾਂ ਕੁਛ ਨਹੀਂ। ਮਤਲਬ ਪਟੜੀਆਂ ਦੀ ਗੱਲ ਹੈ, ਪਹਿਲੀ ਇੰਨੀ ਪਟੜੀ ਤੇ ਇੰਨੀ ਪਟੜੀ ਦੀ, ਇੱਕ ਅੱਧੇ ਮਿੰਟ ਦੀ ਨਕਲ ਵੀ ਆ, 6-7 ਮਿੰਟ ਦੀ ਨਕਲ ਵੀ ਆ। ਉਹਦਾ ਮੈਨੂੰ ਰੀਜ਼ਨ ਭੂਗੋਲਿਕਤਾ ਤੋਂ ਸਮਝ ਆਉਂਦਾ ਕਿ ਅਸੀਂ ਹਮੇਸ਼ਾ ਹੀ ਕਹਿੰਦੇ ਆ ਕਿ ਸਾਹਮਣੇ ਖੜੇ ਹਾਂ, ਅਬਦਾਲੀ ਵੀ ਆਉਂਦਾ, ਨਾਦਰ ਸ਼ਾਹ ਵੀ ਆਉਂਦਾ, ਸਿਕੰਦਰ ਵੀ ਆਉਂਦਾ, ਸਾਰੇ ਇੱਧਰੋਂ ਆ ਰਹੇ। ਸਾਡੇ ਕੋਲ ਵੇਲ ਵੀ ਹੈ ਨਹੀਂ, ਸਾਡੇ ਕੋਲ ਜਿਹੜਾ ਹੈਗਾ ਨਾ ਇਨਸਿਕਿਉਰਿਟੀ ਵੀ ਪਈ ਹੈ, ਔਰ ਦੂਜਾ ਸਾਨੂੰ ਇਹ ਆ ਕਿ ਅਸੀਂ ਘੋੜਿਆਂ ਦੀਆਂ ਪਿੱਠਾਂ 'ਤੇ ਸੌਣ ਵਾਲੀ ਲੋਕ ਜਿਹੜਾ ਇਹ ਸਾਡੀ, ਅਸੀਂ ਜਦੋਂ ਹੁੰਦਾ ਇਹ ਮੈਨੂੰ ਲੱਗਦਾ ਕਿ ਜਦੋਂ ਸਾਨੂੰ ਵੇਲ ਮਿਲਦਾ ਥੋੜ੍ਹਾ ਵੀ ਨਾ, ਅਸੀਂ ਉਹਨੂੰ ਕਹਿੰਦੇ ਆ ਕਿ ਅਸੀਂ ਰੱਜ ਕੇ ਜੀ ਲਈਏ। ਜੋ ਕਹਿੰਦੇ ਬਾਕੀ ਨਾਦਰ ਸ਼ਾਹ ਦਾ ਜੋ ਕਹਿੰਦੇ ਉਹਦੇ ਵਿੱਚ ਤਾਂ ਹੀ ਸਾਡਾ ਢੋਲ ਬਹੁਤ ਉੱਚਾ ਹੈ, ਤਾਂ ਹੀ ਸਾਡਾ ਜਿਹੜੀਆਂ ਬੀਟਸ ਹੈ ਸਾਡੀਆਂ ਸਾਰੀਆਂ ਉਹ ਬੜੀਆਂ ਫਾਸਟ ਹੈ, ਭੰਗੜੇ ਦੀਆਂ ਬੀਟਸ ਫਾਸਟ ਹੈ, ਬੋਲੀ ਫਾਸਟ ਹੈ, ਲਾਊਡ ਹੈ ਅਸੀਂ। ਪਰ ਉਹ ਬੰਗਾਲ ਦੇ ਲੋਕ ਜਿਹੜੇ ਆ ਬਿਲਕੁਲ ਡਿਫਰੈਂਟ ਹੈ, ਉਹ ਸਿਰਫ ਵਿਚਾਰਾਂ ਨਾਲ ਲੜ ਸਕਦੇ, ਸਾਡੇ ਵਾਂਗ ਨਹੀਂ ਲੜ ਸਕਦੇ। ਅਤੇ ਸਾਡਾ ਲਿਟਰੇਚਰ ਵਿੱਚ ਸਭ ਕੁਝ ਰਿਫਲੈਕਟ ਹੋ। ਸਾਡੀ ਕਹਾਣੀ, ਮੈਂ ਨਵਤੇਜ ਪਾਦੀ ਦੀਆਂ ਕਹਾਣੀਆਂ ਤੁਸੀਂ ਪੜ੍ਹ ਕੇ ਦੇਖੋ, ਮੈਂ ਨਵਤੇਜ ਪਾਦੀ ਨੂੰ ਕਹਿੰਦਾ ਹੁੰਦਾ ਸੀ ਕਿ ਤੂੰ ਨਾ ਪੂਰੀ ਪੰਜਾਬ ਦੀ ਜਿਹੜਾ ਤੂੰ ਤਸਵੀਰ ਹੈਗਾ ਸ਼ਕਲ ਦਿਖਤਾ, ਤੁਸੀਂ ਤਾਂ ਬਹੁਤ ਮਿਲੇ ਹੋ ਹੈ ਨਾ, ਪਰ ਉਹ ਜਦੋਂ ਉਹਦੀ ਕਹਾਣੀ ਆਉਂਦੀ ਆ ਨਾ ਇੱਦਾਂ ਆਉਂਦੀ ਆ ਸ਼ਰਾਟੇ ਵਾਂਗ ਹੈ ਨਾ, ਘੱਗਰ ਵਾਂਗ ਆਉਂਦੀ ਆ। ਅਤੇ ਫਿਰ ਅੱਗੇ ਚਲੋ ਕਹਾਣੀ ਦਾ ਕਾਰ ਦਾ ਆਪਣਾ ਹੁੰਦਾ, ਪਰ ਸਾਡਾ ਬਹੁਤਾ ਲਿਟਰੇਚਰ ਜਿਹੜਾ ਉਹ ਬਹੁਤ ਜਿਹੜਾ ਜਦੋਂ ਆਉਂਦਾ ਹੈ, ਜਦੋਂ ਆਮਦ ਹੈ, ਸਾਡੀ ਆਮਦ ਸ਼ਰਾਟੇ ਵਰਗੀ। ਔਰ ਜਿਹੜਾ ਪੰਜਾਬੀ ਦਾ ਲੇਖਕ ਸ਼ਰਾਟੇ ਵਾਂਗ ਨਹੀਂ ਹੁੰਦਾ ਉਹ ਬਹੁਤ ਛੇਤੀ ਖਤਮ ਹੁੰਦਾ, ਉਹ ਬਹੁਤ ਛੇਤੀ ਝੜ ਜਾਂਦਾ ਹੈ ਨਾ। ਸੋ ਇਹ ਕੁਛ ਟੁੱਟੇ ਫੁੱਟੇ ਵਿਚਾਰ ਹੈ, ਛੁੱਟੀਆਂ ਫੁੱਟੀਆਂ ਗੱਲਾਂ, ਬਾਕੀ ਤਾਂ ਆਪਾਂ ਰੋਜ਼ ਮਿਲਦੇ ਰਹਾਂਗੇ। ਸਵਾਦ ਆ ਗਿਆ, ਇਹ ਅਨੁਭਵ ਹੁੰਦਾ ਜੀ। ਮੈਨੂੰ ਪਤਾ ਹੀ ਸੀਗਾ ਡਾਕਟਰ ਸਾਹਿਬ ਨੂੰ ਦੱਸਣਾ ਕੀ ਹੈ, ਅਸੀਂ ਕਹਿ ਦੇਣਾ ਇੱਥੇ ਬੋਲਦੇ ਤਾਂ ਹੋ ਜਾਣਾ। ਔਰ ਜਿਹੜਾ ਅਤਰੇ ਤੋਂ ਜਿੱਦਾਂ ਤੁਸੀਂ ਸ਼ੁਰੂ ਕੀਤਾ, ਕਿਆ ਬਾਤ ਹੈ। ਔਰ ਉਹ ਸਾਰੀ ਰੌਸ਼ਨੀ ਜਿਹੜੀ ਹੈ, ਮੇਰੇ ਮਨ 'ਚ 2-4 ਗੱਲਾਂ ਆ ਰਹੀਆਂ ਸੀਗੀਆਂ ਮੇਰੇ ਮਨ 'ਚ, ਬਾਰਿਸ਼ ਕਰਕੇ ਵੀ ਅਤੇ ਤੁਹਾਡੇ ਉਹ ਰੌਸ਼ਨੀ ਕਰਕੇ ਵੀ, ਸਤਿਗੁਰ ਕਬੀਰ ਸੰਗਤ ਕਰਕੇ ਹੀ ਕਬੀਰ ਆ ਰਹੇ ਸੀ। ਉਹ ਦੇਖੋ ਕਿਵੇਂ ਰੌਸ਼ਨੀ ਆਉਂਦੀ ਹੈ ਕਿ ਜੇ ਬਾਰਿਸ਼ ਹੈ, ਮੌਸਮ ਹੈ, ਅਤੇ ਉਹੀ ਰਾਗ, ਉਹੀ ਰਿਦਮ, ਉਹੀ ਸ਼ਬਦ, ਉਹੀ ਥਾਟ, ਮੌਲੀ ਧਰਤੀ ਮੌਲਿਆ ਆਗਾਸ, ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਕਿਆ ਅਵਸਥਾ ਹੋਏਗੀ ਉਹਨਾਂ ਦੀ, ਕਿਵੇਂ ਦੇਖ ਰਹੇ ਨੇ ਸ਼ੰਕਰ ਮੌਲਿਓ ਯੋਗ ਧਿਆਨ, ਸਾਰਾ ਕੁਝ ਮੌਲ ਰਿਹਾ ਉਹਦੇ ਵਿੱਚ, ਔਰ ਉਹ ਰਾਗ ਹੀ ਮੌਲਣ ਦਾ ਹੈ। ਇਹਨਾਂ ਦਿਨਾਂ ਮੇਘ ਮਲਹਾਰ ਦੇ ਵਿੱਚ ਉਹ ਸਾਰੇ ਦਾ ਸਾਰਾ, ਜਦ ਮੇਰੇ ਮਨ 'ਚ ਗੂੰਜ ਰਹੇ ਸੀ ਸਤਿਗੁਰੂ ਅਰਜਨ ਦੇਵ ਜੀ ਕਿ ਅਵਸਥਾ ਕੀ ਹੈ, ਰੌਸ਼ਨੀ ਦੀ ਅਵਸਥਾ ਕੀ ਹੈ ਕਿ ਬਰਸੈ ਮੇਘ ਸਗੀ ਘਰ ਪਾਹਨ ਆਏ। ਆਏ ਹਾਏ, ਮੀਂਹ ਮੂੰਹ ਦੀ ਜ਼ਰੂਰਤ ਨਹੀਂ ਹੈ, ਬਰਸ ਗਿਆ। ਯਾਰ ਕਿਵੇਂ ਬਰਸਦਾ ਹੋਏਗਾ ਉਹਨਾਂ ਸਤਿਗੁਰੂ ਲੋਕਾਂ ਦੇ ਮੇਘ
बरसे मेघ सखी ਇਹ ਕੋਈ ਆ ਹਾਏ 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 ਮੇਘ ਚਲਾਤਾ ਔਰ ਦਸਮ ਗ੍ਰੰਥ ਆਪਾਂ ਪੜ੍ਹਦੇ ਆਂ ਤਾਂ ਸਾਰੀ ਪੁਆਧੀ ਨਾਲ ਭਰਿਆ ਹੋਇਆ ਹੈ ਸਾਰਾ ਉਹ ਏਰੀਆ ਸਾਰਾ ਫਿਰ ਨੈਚੁਰਲੀ ਬਾਬੇ ਹਾਂ ਉਹ